मैं समझदा कि ਇਹੋ ਭਈ ਸਵਾਲੀਆ ਨਿਸ਼ਾਨ ਤਾਂ ਸ਼ਾਇਦ ਵੱਡੀ ਗੱਲ ਹੋਊਗੀ ਪਰ ਇਹ ਉਹਨੂੰ ਡੈਮੇਜ ਕਰਦੇ ਨੇ ਸਾਰੇ ਪ੍ਰੋਸੈਸ ਨੂੰ ਜੀ ਉਹ ਤੇ ਲਗਾਤਾਰ ਅਟੈਕ ਕਰ ਸਰਕਾਰ ਦਾ ਉਹ ਇਹ ਵੀ ਦੱਸਣ ਲਈ ਤਿਆਰ ਨਹੀਂ ਹਾਲਾਂਕਿ ਪ੍ਰੋਟੋਕਾਲ ਹੈ ਉਹਦੇ 'ਚ ਫੜੇ ਵੀ ਗਏ ਨੇ ਉਹ ਕਿ ਤੁਸੀਂ ਆਪਣੀ ਐਬਸੈਂਸ ਦੇ ਵਿੱਚ ਕਿਸੇ ਨੂੰ ਇੰਚਾਰਜ ਦੇ ਕੇ ਜਾਂਦੇ ਹੋ ਜੀ ਹੈਲਥ ਮਿਨਿਸਟਰ ਗੈਰ ਹਾਜ਼ਰ ਰਹੇ ਉਸ ਸਮੇਂ ਦੇ ਦੌਰਾਨ ਤੇ ਉਹ ਕਿਉਂਕਿ ਇੰਨੀ ਬਦਨਾਮੀ ਹੋ ਚੁੱਕੀ ਹੈ ਤੇ ਲੋਕ ਉਹਨਾਂ ਤੋਂ ਫੈਡ ਅਪ ਨੇ ਪਪੂਲੈਰਿਟੀ ਬਿਲਕੁਲ ਥੱਲੇ ਆ ਚੁੱਕੀ ਹੈ। ਮੇਰਾ ਇੱਕ ਸਵਾਲ ਇਹ ਆ ਕਿ ਜਦੋਂ ਲੀਡਰਾਂ ਦੀ ਜਿਹੜੀ ਪਪੂਲੈਰਿਟੀ ਦਾ ਗ੍ਰਾਫ ਡਿੱਗਦਾ ਜਾਂ ਲੋਕਾਂ ਨੂੰ ਲੱਗਦਾ ਵੀ ਇਹਨਾਂ ਨੂੰ ਅਸੀਂ ਚੁਣਿਆ ਸੀਗਾ ਇਹ ਸਾਡੀਆਂ ਇੱਛਾਵਾਂ ਦੇ ਅਨੁਸਾਰ ਕੰਮ ਨਹੀਂ ਕਰ ਪਾ ਰਹੇ ਉਹਦੇ ਵਾਸਤੇ ਇੱਕ ਬਿੱਲ ਆਇਆ ਸੀਗਾ ਰਾਈਟ ਟੂ ਰੀਕਾਲ ਉਹ ਜਿਸ ਕਿਹਦੀ ਸਰਕਾਰ ਨੇ ਇੰਟਰੋਡਿਊਸ ਕੀਤਾ ਸੀਗਾ ਉਹ ਕਿਹੜੇ ਠੰਡੇ ਬਸਤੇ 'ਚ ਪੈ ਗਿਆ ਰਾਈਟ ਟੂ ਰੀਕਾਲ ਜੀ ਪਾਸ ਹੋ ਗਿਆ ਸੀਗਾ। ਅੱਛਾ ਜੀ ਹਾਂਜੀ ਤੇ ਉਹ ਵੀ ਇੱਕ ਕਿਸਮ ਦਾ ਹੁਣ ਕਿਹੜਾ ਲਫ਼ਜ਼ ਉਹਦੇ ਲਈ ਵਰਤਿਆ ਛਲਾਵਾ ਸਮਝਦਾ ਇਸ ਕਿਸਮ ਦੇ ਵਿੱਚ ਕੋਈ ਹੈਲਥ ਸਿਸਟਮ ਦੇ ਵਿੱਚ ਕੋਈ ਕਮੀਆਂ ਨਹੀਂ ਸੀ ਇਹ ਸਾਰਾ ਕੁਝ ਜਿਹੜੀ ਪੋਲੀਟੀਕਲ ਇਸ ਵੇਲੇ ਗੈਂਬਟ ਉਹਨੇ ਜਿਹੜੀ ਖੇਡੀ ਹੈ ਜਿਸ ਜਾਂ ਜਿਹੜੀ ਜੀਸੀਬੀ ਦੀ ਸਰਕਾਰ ਨੇ ਉਹਨਾਂ ਨੇ ਇਹਨੂੰ ਕੋਲੈਪਸ ਕਰਨ ਦੀ ਕੋਸ਼ਿਸ਼ ਕੀਤੀ ਨਾ ਡਾਕਟਰਾਂ ਦਾ ਕੋਈ ਨਾ ਉੱਥੇ ਕੰਮ ਕਰਦੇ ਲੋਕਾਂ ਦਾ ਨਾ ਨਰਸਾਂ ਦਾ ਦਿਨ ਰਾਤ ਬਿਨਾਂ ਛੁੱਟੀਆਂ ਤੋਂ ਉਹ ਤਾਂ ਵਿਚਾਰੇ ਲੋਕਾਂ ਦੇ ਦੁੱਖ ਦੇ ਵਿੱਚ ਸ਼ਰੀਕ ਹੋ ਕੇ ਉਹਨਾਂ ਨੂੰ ਤਾਂ ਰੋਣ ਲਈ ਵੀ ਜਗ੍ਹਾ ਨਹੀਂ ਮਿਲਦੀ ਸੀ ਇਹ ਹਾਲਤ ਸੀ ਪੰਜਾਬੀ ਨੈਸ਼ਨਲ ਟੈਲੀਵਿਜ਼ਨ ਤੇ ਪ੍ਰੋਗਰਾਮ ਬਿਯੋਂਡ ਦੀ ਹੈਡਲਾਈਨਸ ਲੈ ਕੇ ਹਾਜ਼ਰ ਹਾਂ ਜੀ। ਮਨਜੀਤ ਸਿੰਘ ਫਿਰਮਨ ਵੱਲੋਂ ਆਪ ਜੀ ਨੂੰ ਪਿਆਰ ਅਦਬ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਲਾਮ ਨਮਸਤੇ। ਦੋਸਤੋ ਅਲਬਰਟਾ ਲੈਜਿਸਲੇਚਰ ਦਾ ਸੈਸ਼ਨ ਰੀਸੈਂਟਲੀ ਕੰਪਲੀਟ ਹੋਇਆ ਜਿਸ ਵਿੱਚ ਕਈ ਨਵੇਂ ਬਿੱਲ ਜਿਹੜੇ ਆ ਉਹ ਇੰਟਰੋਡਿਊਸ ਹੋਏ ਪਾਸ ਵੀ ਹੋਏ ਤੇ ਕੁਝ ਅਮੈਂਡਮੈਂਟ ਬਿੱਲ ਉੱਪਰ ਤਿੱਖੀ ਤਕਰਾਰ ਵੀ ਹੋਈ ਰੂਲਿੰਗ ਪਾਰਟੀ ਦੇ ਵਿੱਚ ਤੇ ਆਪੋਜੀਸ਼ਨ ਪਾਰਟੀ ਦੇ ਵਿੱਚ ਜਿਨ੍ਹਾਂ ਬਾਰੇ ਅੱਜ ਗੱਲਬਾਤ ਕਰਾਂਗੇ ਪ੍ਰੋਗਰਾਮ ਦੇ ਵਿੱਚ ਔਰ ਐਜ਼ ਏ ਮਹਿਮਾਨ ਸਾਡੇ ਸਟੂਡੀਓ ਵਿੱਚ ਪਹੁੰਚੇ ਨੇ ਸਰਦਾਰ ਜਸਵੀਰ ਸਿੰਘ ਦਿਓਲ ਜਿਹੜੇ ਕਿ ਐਨਡੀਪੀ ਦੇ ਐਮਐਲਏ ਨੇ ਐਡਮਿੰਟਨ ਮੈਡੋਸ ਤੋਂ ਆਓ ਜੀ ਉਹਨਾਂ ਦਾ ਸਵਾਗਤ ਕਰਦੇ ਹਾਂ ਭਾਜੀ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮਨਜੀਤ ਜੀ ਤੁਹਾਨੂੰ ਵੀ ਤੇ ਤੁਹਾਡੇ ਸੁਣਨ ਵਾਲੇ ਦੇਖਣ ਵਾਲੇ ਪ੍ਰੋਗਰਾਮ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਵੀ। ਭਾਜੀ ਰੀਸੈਂਟਲੀ ਸੈਸ਼ਨ ਖਤਮ ਹੋਇਆ ਮੈਨੂੰ ਪਤਾ ਵਾ ਯੂ ਆਰ ਵੈਰੀ ਬਿਜ਼ੀ ਤੇ ਉਸ ਸੈਸ਼ਨ ਦੇ ਬਾਰੇ ਆਪਾਂ ਗੱਲ ਦੀ ਸ਼ੁਰੂਆਤ ਕਰਦੇ ਹਾਂ ਕਿ ਕਿਹੜੇ ਮੁੱਦਿਆਂ ਦੇ ਉੱਪਰ ਗੱਲਬਾਤ ਹੋਈ ਕਿਹੜੇ ਬਿੱਲ ਪਾਸ ਹੋਏ ਕਿੰਨੇ ਪੇਸ਼ ਹੋਏ ਤੇ ਕਿੰਨੇ ਪਾਸ ਹੋਏ। ਟੌਪ ਆਫ ਦਾ ਹੈਡ ਤਾਂ ਸ਼ਾਇਦ ਮੈਨੂੰ ਇਹ ਯਾਦ ਕਰਨਾ ਵੀ ਇਹ ਕਿੰਨੇ ਪਾਸ ਹੋਏ ਕਿਉਂਕਿ ਪਾਸ ਹੋਇਆਂ ਦਾ ਵੀ ਕੋਈ ਆਪਣੀ ਉਹਦਾ ਪੂਰਾ ਪ੍ਰੋਸੈਸ ਸਮਝਣ ਦੀ ਲੋੜ ਹੈ। ਉਹਦੀਆਂ ਸਟੇਜਸ ਹੁੰਦੀਆਂ 15 ਬਿੱਲ ਸੀਗੇ ਤੇ ਅਕਤੂਬਰ ਦੀ ਲਾਸਟ ਵੀਕ ਤੋਂ ਸਾਡਾ ਸੈਸ਼ਨ ਸ਼ੁਰੂ ਹੋਇਆ ਸੀ ਤੇ ਦਸੰਬਰ 7 ਨੂੰ ਇਹ ਖਤਮ ਹੋਇਆ। ਇਸ ਸਮੇਂ ਦੌਰਾਨ 15 ਬਿੱਲ ਉਹਨਾਂ ਨੇ ਲੈ ਕੇ ਆਂਦੇ ਨੇ 15 ਬਿੱਲ ਜਿਹੜੇ ਹੁੰਦੇ ਆ ਕੁਝ ਨਵੇਂ ਕਾਨੂੰਨ ਬਣਾਉਣ ਲਈ ਤੇ ਬਹੁਤੇ ਜਿਹੜੇ ਹੁੰਦੇ ਆ ਕਿ ਜਿਹੜੇ ਬਣੇ ਹੋਏ ਕਾਨੂੰਨ ਆ ਉਹਨਾਂ ਦੇ ਵਿੱਚ ਅਮੈਂਡਮੈਂਟਸ ਕਰਕੇ ਉਹਨਾਂ ਨੂੰ ਚੇਂਜ ਕਰਨ ਦੇ ਲਈ ਆਪਣੇ ਦੇ ਨਾਲ ਉਹ ਲਿਆਂਦੇ ਸੀ। ਉਹਨਾਂ ਦੀਆਂ ਵੱਖਰੀਆਂ ਸਟੇਜਾਂ ਆ ਬਿੱਲ ਪਹਿਲਾਂ ਇੰਟਰੋਡਿਊਸ ਹੁੰਦਾ ਫਿਰ ਉਹ ਪਹਿਲੀ ਰੀਡਿੰਗ 'ਚ ਹੁੰਦਾ ਫਿਰ ਦੂਜੀ ਰੀਡਿੰਗ ਚੱਲ ਜਾਂਦਾ ਫਿਰ ਕਮੇਟੀ ਆਫ ਹੋਲ ਉਹਨੂੰ ਕਹਿੰਦੇ ਆ ਫਿਰ ਉਹਦੇ ਚੱਲ ਜਾਂਦਾ ਫਿਰ ਉਹ ਥਰਡ ਰੀਡਿੰਗ 'ਚ ਚੱਲ ਜਾਂਦਾ ਤੇ ਫਿਰ ਉਹਦੇ ਤੋਂ ਬਾਅਦ ਜਿਹੜਾ ਬਿੱਲ ਉਹ ਸਾਰੀਆਂ ਸਟੇਜਾਂ ਲੰਘਦਾ ਤੇ ਰਾਇਲ ਅਸੈਂਟ ਲਈ ਉਹ ਲੈਫਟੀਨੈਂਟ ਗਵਰਨਰ ਦੀ ਫਿਰ ਵੇਟ ਕਰਨ ਲਈ ਉਹਦੇ 'ਚ ਚਲੇ ਜਾਂਦਾ ਤੇ ਜਿਹੜੇ 15 ਦੇ 15 ਇਹਨਾਂ ਦੀਆਂ ਵੱਖ-ਵੱਖ ਜਿਹੜੀਆਂ ਸਿਚੁਏਸ਼ਨਸ ਨੇ ਇਸ ਵੇਲੇ ਕਿਹੜੀ ਰੀਡਿੰਗ ਦੇ ਵਿੱਚ ਆ ਪਰ ਕੁਛ ਹੈ ਨੇ ਜਿਹੜਾ ਬਹੁਤ ਕੰਟਰੋਵਰਸ਼ੀਅਲ ਹੋਇਆ ਔਰ ਜਿਹਦੇ ਬਾਰੇ ਲੋਕਾਂ ਦੀ ਬਹੁਤ ਕਿਊਰੀਓਸਿਟੀ ਸੀ ਔਰ ਲੋਕਾਂ ਦੀ ਬਹੁਤ ਮੈਂ ਸਮਝਦਾ ਇਨਵੋਲਵਮੈਂਟ ਵੀ ਸੀ ਉਹਦੇ ਵਿੱਚ ਤੇ ਆਪੋਜੀਸ਼ਨ ਦਾ ਵੀ ਉਹਦੇ ਤੇ ਆਪਣਾ ਕਾਫੀ ਜ਼ੋਰ ਲੱਗਾ। ਉਹ ਬਿੱਲ 81 ਹੈ ਬਿਲਕੁਲ ਹਾਂ ਤੇ ਉਹ ਬਿੱਲ ਵੀ ਇਹਨਾਂ ਨੇ ਅੱਧੀ ਰਾਤ ਤੱਕ ਉਹ ਚਲਾਇਆ ਜਿਸ ਤਰ੍ਹਾਂ ਇਹ ਬਦਨਾਮੀ ਹੋ ਹੀ ਚੁੱਕੀ ਆ ਸਿਆਸਤਦਾਨਾਂ ਦੀ ਵੀ ਜਿਹੜਾ ਲੋਕ ਵਿਰੋਧੀ ਕੰਮ ਹੁੰਦਾ ਫਿਰ ਇਹ ਹਨੇਰੇ 'ਚ ਕਰਦੇ ਨੇ ਤਾਂ ਫਿਰ ਇਹ ਜਿਹੜੇ ਪਾਰਲੀਮੈਂਟਰੀ ਪ੍ਰੋਸੀਜਰਸ ਨੇ ਪ੍ਰੋਸੈਸ ਆ ਉਹਨੂੰ ਬਾਈਪਾਸ ਕਰਨ ਦੀ ਕੋਸ਼ਿਸ਼ ਕਰਦੇ ਨੇ। ਇਹੋ ਜਿਹਾ ਹੀ ਕੁਛ ਇਹਦੇ ਨਾਲ ਵੀ ਹੋਇਆ। ਇਹਦੇ ਤੇ ਇਨਕਲੋਜ਼ਰ ਜਿਹੜਾ ਉਹ ਕਾਲ ਕਰ ਦਿੱਤਾ ਗਿਆ ਕਿ ਤੁਹਾਨੂੰ 1 ਘੰਟਾ ਦਿੱਤਾ ਜਾਂਦਾ ਤੁਸੀਂ ਬੋਲੋ ਜੋ ਬੋਲਣਾ ਤੇ ਉਸ 1 ਘੰਟੇ ਦੇ ਨੂੰ ਵੀ ਜਦੋਂ ਤੁਸੀਂ ਕਹਿੰਦੇ ਹੋ ਵੀ ਉਹ ਮਿਸਯੂਜ਼ ਕਰਕੇ ਜਿਹੜੇ ਪ੍ਰੋਸੀਜਰ ਨੇ ਉਹ ਹਾਈਜੈਕ ਕਰ ਲਿਆ ਗਿਆ
ਤੇ ਐਂਡ ਤੇ ਉਹਨੂੰ ਉਸ ਢੰਗ ਦੇ ਨਾਲ ਪਾਸ ਕਰ ਲਿਆ ਗਿਆ ਹੂੰ ਤੇ ਉਹਦੇ ਪ੍ਰਭਾਵ ਜਿਹੜੇ ਆ ਆਉਣ ਵਾਲੇ ਸਮੇਂ 'ਚ ਬਹੁਤ ਮਾੜੇ ਆ ਤੇ ਉਸ ਨੂੰ ਲੈ ਕੇ ਜਿਹੜਾ ਆਪੋਜੀਸ਼ਨ ਨੇ ਆਪਣੇ ਢੰਗ ਦੇ ਨਾਲ ਬਾਹਰ ਵੀ ਪ੍ਰੈਸ ਕਾਨਫਰੰਸਾਂ ਕਰਕੇ ਵੀ ਲੋਕਾਂ ਦੇ ਵਿੱਚ ਪਬਲਿਕ ਅਵੇਅਰਨੈਸ ਦੇ ਤੌਰ ਤੇ ਵੀ ਤੇ ਹਾਊਸ ਦੇ ਅੰਦਰ ਵੀ ਜਿੰਨਾ ਵੀ ਜ਼ੋਰ ਲਾ ਸਕਦੇ ਸੀ ਇਹ ਨਹੀਂ ਕੀਤਾ, ਬਲਕਿ ਕੋਆਰਡੀਨੇਸ਼ਨ ਵੀ ਬਿਲਡ ਕੀਤੀ ਕਿਉਂਕਿ ਦੋ ਹੀ ਪਾਰਟੀਆਂ ਨੇ ਇਸ ਵੇਲੇ। ਇਹ ਰੂਲਿੰਗ ਪਾਰਟੀ ਦੇ ਨਾਲ ਵੀ ਕੋਆਰਡੀਨੇਸ਼ਨ ਦੇ ਵਿੱਚ ਉਹਨਾਂ ਦੇ ਇੰਡੀਵਿਜੂਅਲ ਮੈਂਬਰਸ ਨੂੰ ਅਪਰੋਚ ਕਰਕੇ ਵੀ ਤੁਸੀਂ ਭਾਈ ਇਹਦੇ ਤੇ ਪਾਰਟੀ ਵਿਪ ਤੋਂ ਥੋੜਾ ਉੱਪਰ ਉੱਠ ਕੇ ਸੋਚੋ, ਆਪਣੇ ਵਿਊ ਦਿਓ, ਤੇ ਉਹਨਾਂ ਨੇ ਦਿੱਤੇ ਵੀ। ਅਸੀਂ ਇਸ ਤਰ੍ਹਾਂ ਦਾ ਰੋਲ ਉਹਦੇ 'ਚ ਪਲੇ ਕੀਤਾ। ਦਿਓ ਸਾਹਿਬ, ਜਦੋਂ ਅਸੀਂ ਇੰਡੀਆ ਦੀ ਔਰ ਇੱਥੋਂ ਦੇ ਪੋਲੀਟੀਕਲ ਸਿਸਟਮ ਦਾ ਕੰਪੈਰੀਜ਼ਨ ਕਰਦੇ ਹਾਂ, ਹਾਲਾਂਕਿ ਕੰਪੈਰੀਜ਼ਨ ਐਗਜ਼ੈਕਟਲੀ ਬਣਦਾ ਨਹੀਂ, ਪਰ ਅਸੀਂ ਨਾਰਮਲੀ ਇੰਡੀਅਨ ਸਿਸਟਮ ਨੂੰ ਕ੍ਰਿਟਿਸਾਈਜ਼ ਕਰਦੇ ਹੁੰਦੇ ਸੀ। ਜੇਕਰ ਤੁਸੀਂ ਦੂਰ ਨਾ ਜਾਈਏ, ਆਪਾਂ ਜਿਹੜੇ ਖੇਤੀ ਕਾਨੂੰਨਾਂ ਦੀ ਗੱਲ ਕਰ ਲਈਏ, ਉੱਥੇ ਕਹਿੰਦੇ ਵੀ ਪਾਰਲੀਮੈਂਟ ਦੇ ਵਿੱਚ ਜਦੋਂ ਪਾਸ ਹੋਇਆ ਉਦੋਂ ਵੀ ਨਹੀਂ ਬਹਿਸ ਹੋਈ, ਤੇ ਜਦੋਂ ਹੁਣ ਵਾਪਸ ਲਿਆ ਤੇ ਉਦੋਂ ਵੀ ਕੋਈ ਬਹਿਸ ਦਾ ਮੌਕਾ ਆਪੋਜੀਸ਼ਨ ਪਾਰਟੀਆਂ ਨੂੰ ਨਹੀਂ ਦਿੱਤਾ ਗਿਆ। ਹਾਂਜੀ, ਇਹੋ ਕੁਝ ਹੁਣ ਸਾਨੂੰ ਇੱਥੇ ਦੀਆਂ ਜਿਹੜੀਆਂ ਲੈਜਿਸਲੇਚਰ ਨੇ ਜਾਂ ਜਿਹੜੀਆਂ ਵਿਧਾਨ ਸਭਾ ਨੇ ਉਹਦੇ ਵਿੱਚ ਵੀ ਵੇਖਣ ਨੂੰ ਮਿਲ ਰਿਹਾ ਵਾ। ਤਾਂ ਇਹ ਡੈਮੋਕ੍ਰੇਸੀ ਦੀ ਜਿਹੜਾ ਫਿਊਚਰ ਆ ਉਹਦੇ ਲਈ ਇਹ ਕਿਤੇ ਸਵਾਲੀਆ ਨਿਸ਼ਾਨ ਨਹੀਂ ਲੱਗਦਾ? ਦੇਖੋ ਜੀ, ਮੈਂ ਸਮਝਦਾ ਕਿ ਇਹੋ ਭਈ ਸਵਾਲੀਆ ਨਿਸ਼ਾਨ ਤਾਂ ਸ਼ਾਇਦ ਵੱਡੀ ਗੱਲ ਹੋਊਗੀ, ਪਰ ਇਹ ਉਹਨੂੰ ਡੈਮੇਜ ਕਰਦੇ ਨੇ ਸਾਰੇ ਪ੍ਰੋਸੈਸ ਨੂੰ ਜੀ। ਉਹ 'ਤੇ ਲਗਾਤਾਰ ਅਟੈਕ ਕਰਦੇ ਨੇ। ਜੇ ਉਹਦੇ ਤੇ ਅਟੈਕ ਕਰਦੇ ਨੇ ਤੇ ਉਹ ਸਮਝ ਲਓ ਵੀ ਆਮ ਲੋਕਾਂ ਤੇ ਅਟੈਕ ਕਰਦੇ ਨੇ, ਕਿਉਂਕਿ ਸਾਰੇ ਦੇ ਸਾਰੇ ਜਿਹੜੇ ਇੰਸਟੀਟਿਊਸ਼ਨ ਨੇ ਖੜੇ ਕੀਤੇ ਨੇ ਡੈਮੋਕ੍ਰੇਸੀ ਦੇ ਜੀ, ਇਹਦਾ ਪਰਪਸ ਇੱਕੋ ਹੀ ਆ ਵੀ ਲੋਕਾਂ ਨੂੰ ਸਰਵ ਕਰਨਾ। ਬਿਲਕੁਲ। ਜੇ ਇਹਦੇ ਵਿੱਚ ਲਗਾਤਾਰ ਕੋਈ ਅਪਡੇਸ਼ਨ ਹੁੰਦੀ, ਇੰਪਰੂਵਮੈਂਟ ਹੁੰਦੀ ਆ, ਉਹ ਇਸੇ ਕੰਟੈਕਸਟ 'ਚ ਇਸੇ ਪਰਸਪੈਕਟਿਵ ਤੋਂ ਹੁੰਦੀ ਆ ਕਿ ਲੋਕਾਂ ਦੀ ਭਾਗੀਦਾਰੀ ਇਹ 'ਚ ਵਧਾਈ ਜਾਵੇ ਔਰ ਲੋਕਾਂ ਦੀ ਜਿਹੜੀ ਰਿਪਰੈਜ਼ੈਂਟੇਸ਼ਨ ਹੈ, ਚਾਹੇ ਉਹਨਾਂ ਦੇ ਇਲੈਕਟਡ ਜਿਹੜੇ ਰਿਪਰੈਜ਼ੈਂਟੇਟਿਵ ਐਮਐਲਏਜ਼ ਹੋਣ ਜਾਂ ਕਿਤੇ ਲੋਕਲ ਲੈਵਲ ਦੇ ਕਾਉਂਸਲਰ ਹੋਣ ਜਾਂ ਮੈਂਬਰ ਪਾਰਲੀਮੈਂਟ ਹੋਣ, ਉਹ ਪ੍ਰੋਪਰ ਢੰਗ ਦੇ ਨਾਲ ਆਪਣੇ ਲੋਕਾਂ ਦੀ ਆਵਾਜ਼ ਉੱਥੇ ਤੱਕ ਪਹੁੰਚਾ ਸਕਣ। ਤੇ ਜਦੋਂ ਵੀ ਕੋਈ ਇਦਾਂ ਦਾ ਪ੍ਰੋਸੈਸ ਜਿਹੜਾ ਹਾਈਜੈਕ ਕਰਨ ਦੀ ਕੋਸ਼ਿਸ਼ ਹੁੰਦੀ ਆ ਤੇ ਉਹ ਸਾਰੇ ਪ੍ਰੋਸੈਸ ਤੇ ਅਟੈਕ ਹੁੰਦਾ ਤੇ ਉਹਨੂੰ ਵਾਪਸ ਪਿੱਛੇ ਧੱਕਣ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਅਤੀਤ ਦੇ ਵਿੱਚ ਜਿੱਥੋਂ ਲੋਕਾਂ ਨੇ ਲੜਾਈ ਸ਼ੁਰੂ ਕਰਕੇ, ਇੰਨੀਆਂ ਕੁਰਬਾਨੀਆਂ ਕਰਕੇ, ਇੰਨੀ ਮਿਹਨਤ ਦੇ ਨਾਲ, ਹਾਰਡ ਵਰਕ ਦੇ ਨਾਲ ਇਹਨਾਂ ਨੂੰ ਇੱਥੇ ਤੱਕ ਪਹੁੰਚਾਇਆ। ਤੇ ਤੁਸੀਂ ਜ਼ਿਕਰ ਕੀਤਾ ਵੀ ਲਗਭਗ 15 ਬਿੱਲ ਜਿਹੜੇ ਸੀਗੇ ਉਹ ਪਾਸ ਕੀਤੇ ਗਏ। ਇਹਨਾਂ ਵਿੱਚੋਂ 81 ਜਿਹੜਾ ਬਿੱਲ ਹੈ ਕਾਫੀ ਕੰਟਰੋਵਰਸ਼ੀਅਲ ਰਿਹਾ, ਇੰਪੋਰਟੈਂਟ ਵੀ ਹੈ। ਇਹ ਬਿੱਲ 81 ਹੈ ਕੀ ਆ, ਔਰ ਇਹਦਾ ਜਿਹੜਾ ਵਾ ਇੱਥੇ ਅਲਬਰਟਾ ਦੀ ਪੋਲਿਟਿਕਸ ਦੇ ਵਿੱਚ ਤੇ ਲੋਕਾਂ ਦੀ ਜਿਹੜੀ ਲਾਈਫ ਹੈ ਉਹਦੇ ਉੱਪਰ ਕੀ ਅਸਰ ਪੈ ਸਕਦਾ? 15 ਬਿੱਲ ਉੱਥੇ ਡਿਸਕਸ ਹੋਏ ਨੇ, ਪੇਸ਼ ਹੋਏ ਨੇ। ਕੁਝ ਪਬਲਿਕ ਮੈਂਬਰਸ ਵੀ ਹੁੰਦੇ ਬਿੱਲ, ਕੁਝ ਮੋਸ਼ਨ ਨੇ ਉਹ ਵੱਖਰੇ ਨੇ। ਜਿਹੜੇ ਗਵਰਨਮੈਂਟ ਬਿੱਲ ਮੈਂ ਉਹਨਾਂ ਦੀ ਗੱਲ ਕਰਦਾ, ਜਿਹੜੇ ਇਹ ਸਾਰੇ ਦੇ ਸਾਰੇ ਪ੍ਰੋਪਰਲੀ ਇਹਨਾਂ ਨੂੰ ਪਾਸ ਹੋਈ ਨਹੀਂ ਕਿਹਾ ਜਾ ਸਕਦਾ, ਪਰ ਕੁਝ ਸਟੇਜਾਂ ਕਈਆਂ ਨੇ ਪਾਸ ਕੀਤੀਆਂ, ਪਰ ਹਜੇ ਆਉਣ ਵਾਲੇ ਸੈਸ਼ਨ 'ਚ ਕਈ ਸਟਿਲ ਉੱਥੇ ਜਿਹੜੇ ਡਿਸਕਸ ਹੋਣਗੇ ਜੀ। ਇੱਕ ਤਾਂ ਇਹ ਜਿਹੜਾ ਪੂਰੇ ਦਾ ਪੂਰਾ ਪੈਟਰਨ ਹੈ ਸਾਰਿਆਂ ਦਾ, ਉਹ ਇੱਕ ਹੀ ਸੀ ਕਿ ਕਾਰਪੋਰੇਟ ਦੀ ਭਾਗੀਦਾਰੀ, ਹਿੱਸੇਦਾਰੀ ਉਹਦੇ 'ਚ ਵਧਾਈ ਜਾਣੀ ਔਰ ਲੋਕਾਂ ਦੇ ਜਿਹੜੇ ਪੈਸੇ ਆ ਉਹਦੇ 'ਚ ਲੋਕਾਂ ਦੀ ਹਿੱਸੇਦਾਰੀ ਜਿਹੜੀ ਆ ਉਹ ਘਟਾਈ ਜਾਣੀ। ਤੇ ਜਿਹੜਾ ਬਿੱਲ 81 ਸੀਗਾ ਉਹ ਇਹਨਾਂ ਸਾਰੀਆਂ ਗੱਲਾਂ ਕਰਕੇ, ਜਿਹੜਾ ਬਿੱਲ 81 ਦਾ ਇੱਕ ਕਾਰਨ ਇਹ ਆ ਵੀ ਚਲੋ ਇਹ ਉਹਨਾਂ ਦੀ ਪਹੁੰਚ ਹੈ ਕਿ ਜਿਹੜੀ ਰਾਈਟ ਵਿੰਗ ਪੋਲਿਟਿਕਸ ਹੈ ਉਹ ਕਿਤੇ ਦੀ ਵੀ ਹੈ ਜੀ। ਤੇ ਸਾਡੇ ਅਲਬਰਟਾ 'ਚ ਵੀ ਇਸ ਵੇਲੇ ਲੋਕ ਕਹਿੰਦੇ ਨੇ, ਜਿਹੜੇ ਇਹ ਕਹਿੰਦੇ ਵੀ ਅਸੀਂ 3 ਪੀੜ੍ਹੀਆਂ ਕੰਸਰਵੇਟਿਵਸ ਨਾਲ ਜੁੜੇ ਰਹੇ ਆ, ਉਹ ਵੀ ਕਹਿੰਦੇ ਨੇ ਵੀ ਇਸ ਵੇਲੇ ਐਕਸਟ੍ਰੀਮ ਹੈ ਰਾਈਟ ਵਿੰਗ ਦੀ ਜੀ। ਤੇ ਇਸ ਵੇਲੇ ਇਹਨਾਂ ਦੀ ਇੱਕ ਆਈਡੀਓਲੋਜੀਕਲ ਪਹੁੰਚ ਵੀ ਆ ਕਿ ਇਹਨੂੰ ਖਿੱਚ ਕੇ ਐਨ ਐਕਸਟ੍ਰੀਮ ਤੇ ਲਿਜਾਣਾ ਚਾਹੁੰਦੇ ਨੇ ਕਿ ਲੋਕਾਂ ਦੀ, ਆਮ ਲੋਕਾਂ ਦੀ ਜਿਹੜੀ ਇਹਦੇ ਵਿੱਚ ਪਾਰਟਿਸਪੇਸ਼ਨ ਤੇ ਇਫੈਕਟਿਵਨੈਸ ਘੱਟ ਤੋਂ ਘੱਟ ਹੋਵੇ ਜੀ, ਤੇ ਵੱਧ ਤੋਂ ਵੱਧ ਸੌਖੇ ਤਰੀਕੇ ਦੇ ਨਾਲ ਬਿਗ ਮਨੀ ਜਿਹੜੀ ਉਹ ਇਨਵੋਲਵ ਕਰਕੇ ਕਿਸ ਤਰ੍ਹਾਂ ਸੱਤਾ ਦੇ ਉੱਤੇ ਕਾਬਜ਼ ਰਿਹਾ ਜਾ ਸਕਦਾ। ਸੋ ਬੇਸਿਕਲੀ ਮੋਟੇ ਤੌਰ ਦੇ ਉੱਤੇ ਉਹਨਾਂ ਦੀ ਪਹੁੰਚ ਪ੍ਰੋਪਰ ਜਿਹੜੀ ਤਕਰੀਬਨ ਸਾਰੇ ਜਿੰਨੇ ਬਿੱਲ ਡਿਸਕਸ ਕੀਤੇ ਗਏ ਉਹਨਾਂ 'ਚੋਂ ਰਿਫਲੈਕਟ ਹੁੰਦੀ ਸੀ, ਪਰ ਇਹਦੇ ਵਿੱਚ ਉਹਨਾਂ ਨੇ ਸਿਰਾ ਲਾ ਦਿੱਤਾ ਕਿਉਂਕਿ ਸਰਕਾਰ ਜਿਹੜੀ ਹੈ ਉਹ ਕੋਵਿਡ ਨੂੰ ਲੈ ਕੇ ਜਿੱਦਾਂ ਦਾ ਉਹਨਾਂ ਦਾ ਰਿਸਪੌਂਸ ਰਿਹਾ, ਜਿਸ ਤਰ੍ਹਾਂ ਲੋਕਾਂ ਤੇ ਉਹਦਾ ਇਫੈਕਟ ਹੋਇਆ, 3000 ਤੋਂ ਉੱਤੇ ਡੈਥ ਹੋਈਆਂ, ਕਿੰਨੇ ਲੱਖ ਤੋਂ ਉੱਤੇ ਇੱਥੇ ਜਿਹੜੇ ਉਹਦੇ ਨਾਲ ਪ੍ਰਭਾਵਿਤ ਹੋਏ ਨੇ ਮਰੀਜ਼, ਜਿਹੜੇ ਪੇਸ਼ੈਂਟ ਨੇ ਜੀ। ਤੇ ਪ੍ਰੀਮੀਅਰ ਸਾਹਿਬ ਉਸ ਦੌਰਾਨ ਜਦੋਂ ਇੱਕਦਮ ਇਹੋ ਜਿਹੜਾ ਨੰਬਰ ਉੱਪਰ ਗਏ ਨੇ ਤੇ ਉੱਥੇ ਹਾਜ਼ਰ ਵੀ ਨਹੀਂ ਸਨ। ਸਰਕਾਰ ਦਾ ਉਹ ਇਹ ਵੀ ਦੱਸਣ ਲਈ ਤਿਆਰ ਨਹੀਂ, ਹਾਲਾਂਕਿ ਪ੍ਰੋਟੋਕਾਲ ਹੈ ਉਹਦੇ 'ਚ ਫੜੇ ਵੀ ਗਏ ਨੇ ਉਹ ਕਿ ਤੁਸੀਂ ਆਪਣੀ ਐਬਸੈਂਸ ਦੇ ਵਿੱਚ ਕਿਸੇ ਨੂੰ ਇੰਚਾਰਜ ਦੇ ਕੇ ਜਾਂਦੇ ਹੋ ਜੀ। ਹੈਲਥ ਮਿਨਿਸਟਰ ਗੈਰ ਹਾਜ਼ਰ ਰਹੇ ਉਸ ਸਮੇਂ ਦੇ ਦੌਰਾਨ, ਤੇ ਉਹ ਕਿਉਂਕਿ ਇੰਨੀ ਬਦਨਾਮੀ ਹੋ ਚੁੱਕੀ ਹੈ
ਤੇ ਲੋਕ ਉਹਨਾਂ ਤੋਂ ਫੈਡ ਅਪ ਨੇ, ਪਪੂਲੈਰਿਟੀ ਬਿਲਕੁਲ ਥੱਲੇ ਆ ਚੁੱਕੀ ਹੈ। ਤੇ ਹੁਣ ਹਾਲ ਉਹਨਾਂ ਦਾ ਇਹੀ ਹੈ ਕਿ ਲੀਡਰਸ਼ਿਪ ਦਾ ਰਿਵਿਊ ਉਹਨਾਂ ਦੀ ਪਾਰਟੀ ਉਹਨਾਂ ਤੋਂ ਮੰਗ ਰਹੀ ਹੈ। ਤੇ ਇੱਕ ਤਾਂ ਇਹ ਆ ਕਿ ਉਹਨਾਂ ਦੀ ਆਈਡੀਓਲੋਜੀ ਇਹ ਆ ਕਿ ਉਹ ਵੱਧ ਤੋਂ ਵੱਧ ਜਿਹੜਾ ਲਾਰਜ ਕਾਰਪੋਰੇਸ਼ਨਸ, ਮਲਟੀ ਕਾਰਪੋਰੇਸ਼ਨਸ ਜਿਹੜੀਆਂ ਜੀ, ਉਹ ਚਾਹੁੰਦੇ ਨੇ ਕਿ ਉਹਨਾਂ ਦੇ ਪੱਖ ਦੇ ਵਿੱਚ ਸਾਰਾ ਕੁਝ ਭੁਗਤੇ। ਦੂਸਰਾ ਉਹਨਾਂ ਨੂੰ ਜਿਹੜਾ ਖਤਰਾ ਵੀ ਜਿਹੜੀ ਰੈਸਟਲੈਸਨੈਸ ਹੈ, ਲੋਕਾਂ ਦੀ ਨਾਰਾਜ਼ਗੀ ਆ, ਉਹਨੂੰ ਵੀ ਜਿਹੜਾ ਪੈਸੇ ਦੇ ਨਾਲ ਹੀ ਡੀਲ ਕਰ ਲੈ। ਇਹ ਮੈਂ ਸਮਝਦਾ ਕਿ ਜਿਵੇਂ ਤੁਸੀਂ ਪਹਿਲਾਂ ਇਹ ਨੁਕਤਾ ਉਠਾਇਆ ਸੀ, ਇਹ ਡੈਮੋਕ੍ਰੈਟਿਕ ਇੰਸਟੀਟਿਊਸ਼ਨ ਤੇ ਡੈਮੋਕ੍ਰੇਸੀ ਤੇ ਬਹੁਤ ਵੱਡਾ ਅਟੈਕ ਹੈ। ਬਿਲਕੁਲ। ਤੇ ਇਹ ਜਿਹੜਾ ਬਿੱਲ ਹੈ ਜੀ, ਮੈਂ ਦਰਸ਼ਕਾਂ ਨੂੰ ਦੱਸਦੇ ਹਾਂ, ਇਹਦਾ ਜਿਹੜਾ ਨਾਮ ਰੱਖਿਆ ਸੀ ਇਲੈਕਸ਼ਨ ਸਟੈਚੂਟ ਅਮੈਂਡਮੈਂਟ ਬਿੱਲ 2021 ਆ। ਤੇ ਜਸਟਿਸ ਮਿਨਿਸਟਰ ਜਿਹੜੇ KC ਮਾੜੂ ਉਹਨਾਂ ਨੇ ਇਸ ਨੂੰ ਇੰਟਰੋਡਿਊਸ ਕੀਤਾ ਸੀਗਾ। ਇਹਦੇ ਵਿੱਚ 2-3 ਗੱਲਾਂ ਜਿਹੜੀਆਂ ਨੇ ਉੱਭਰ ਕੇ ਸਾਹਮਣੇ ਆਉਂਦੀਆਂ ਨੇ ਜੀ। ਇੱਕ ਤਾਂ ਉਹਨਾਂ ਨੇ ਕਿਹਾ ਵੀ ਜਿਹੜੀ ਇਹਦੇ ਵਿੱਚ ਡੋਨਰਸ ਨੇ, ਉਹਨਾਂ ਦੀ ਜਿਹੜੀ ਡੋਨੇਸ਼ਨ ਦੀ ਜਿਹੜੀ ਲਿਮਿਟੇਸ਼ਨ ਆ, ਖਾਸ ਕਰਕੇ ਨੋਮੀਨੇਸ਼ਨ ਨੂੰ ਲੈ ਕੇ, ਉਹ $4000 ਜਿਹੜੇ ਐਨੂਅਲ ਦੇ ਉੱਪਰ ਕੈਪ ਲਗਾਈ ਗਈ ਆ। ਇਹਦੇ ਕੀ ਇੰਪਲੀਕੇਸ਼ਨਸ ਹੋਣਗੀਆਂ? ਪਹਿਲੀ ਗੱਲ ਤਾਂ ਇਹ ਆ ਵੀ ਬਿੱਲ ਬਹੁਤ ਪਹਿਲਾਂ ਬਹੁਤ ਜ਼ਿਆਦਾ ਮਾੜਾ ਸੀਗਾ। ਉਹਨਾਂ ਦਾ ਇੰਨਾ ਕੁ ਜ਼ਿਆਦਾ ਵਿਰੋਧ ਹੋਇਆ, ਉਹਨਾਂ ਦੇ ਅੰਦਰੋਂ ਵੀ ਹੋਇਆ, ਬਾਹਰੋਂ ਵੀ ਹੋਇਆ। ਆਪੋਜੀਸ਼ਨ ਨੇ ਤਾਂ ਕਰਨਾ ਹੀ ਸੀ। ਫਿਰ ਉਹਨਾਂ ਨੇ ਕੁਝ ਇੰਪਰੂਵ ਕੀਤਾ। ਅੱਛਾ ਜੀ। ਪਰ ਉਸ ਹੱਦ ਤੱਕ ਕੀਤਾ ਜਿੱਥੋਂ ਤੱਕ ਉਹਨਾਂ ਨੂੰ ਉਹ ਠੀਕ ਬੈਠਦਾ। ਤੇ ਪਹਿਲਾਂ ਇਹ ਅਨਲਿਮਿਟਿਡ ਡੋਨੇਸ਼ਨਸ ਤੱਕ ਚਲੇ ਗਿਆ ਸੀਗਾ। ਅੱਛਾ ਜੀ। ਹਾਂਜੀ। ਤੇ ਉਹ ਜਿਹੜੀਆਂ ਅਨਲਿਮਿਟਿਡ ਡੋਨੇਸ਼ਨਸ ਡਿਊਰਿੰਗ ਦੀ ਜਿਹੜਾ ਹੈ ਨੋਮੀਨੇਸ਼ਨ ਕੰਟੈਸਟ, ਰਾਈਟ। ਤੇ ਐਨੂਅਲ ਇੱਕ ਲਿਮਿਟ ਹੈ। ਕੋਈ ਵੀ ਇੰਡੀਵਿਜੂਅਲ ਜਿਹੜਾ ਅਲਬਰਟਾ ਦਾ ਵਾਸੀ ਆ, ਅਲਬਰਟਾ 'ਚ ਰਹਿੰਦਾ ਆ, ਉਹ ਜਿਹੜਾ ਇੱਕ ਐਨੂਅਲ ਲਿਮਿਟ ਹੈ ਕਿਸੇ ਵੀ ਪੋਲੀਟੀਕਲ ਪਾਰਟੀ ਨੂੰ ਮੈਕਸਿਮਮ ਜਿਹੜੀ ਉਹਦੀ ਡੋਨੇਸ਼ਨ ਆ, ਉਹ ਇਨਫਲੇਸ਼ਨ ਇੰਡੈਕਸ ਦੇ ਨਾਲ ਉਹ ਅਟੈਚ ਹੈ। ਉਹ 4000 ਸੀ ਪਹਿਲਾਂ 2019 ਦੇ ਵਿੱਚ ਜੀ, ਤੇ ਹੁਣ ਉਹ $4243 ਹੋ ਗਿਆ ਇਨਫਲੇਸ਼ਨ ਦੇ ਨਾਲ ਇੰਡੈਕਸ ਕਰਕੇ। ਉਹ ਉੱਥੇ ਹੈ। ਪਰ ਇਹਨਾਂ ਨੇ ਨਾਲ ਇੱਕ ਪ੍ਰੋਵੀਜ਼ਨ ਹੋਰ ਜੋੜ ਦਿੱਤੀ, ਕਿਉਂਕਿ ਇਹਨਾਂ ਨੂੰ ਆਮ ਲੋਕਾਂ ਤੋਂ ਪੈਸੇ ਨਹੀਂ ਆ ਰਹੇ, ਡੋਨੇਸ਼ਨ ਨਹੀਂ ਆ ਰਹੀ। ਤੇ ਉਹ ਪਹਿਲੀ ਸਰਕਾਰ NDP ਦੀ ਨੇ ਜਿਹੜੀ ਬਿਗ ਮਨੀ ਸੀ ਜਾਂ ਬਲੈਕ ਮਨੀ ਸੀ, ਉਹਦੇ ਦਰਵਾਜ਼ੇ ਬੰਦ ਕਰਤੇ ਸੀ। ਜਿਹੜੇ ਯੂਨੀਅਨਸ ਦੀ ਡੋਨੇਸ਼ਨ ਬੰਦ ਕਰਤੀ ਸੀ, ਕਾਰਪੋਰੇਸ਼ਨ ਦੀ ਡੋਨੇਸ਼ਨ ਬੰਦ ਕਰ ਦਿੱਤੀ ਸੀ, ਔਰ ਜਿਹੜੀ ਮੈਕਸਿਮਮ ਡੋਨੇਸ਼ਨ ਸੀ ਉਹਦੇ ਤੇ ਕੈਪ ਲਾ ਦਿੱਤਾ ਸੀਗਾ, ਤਾਂ ਕਿ ਜਿਹੜੇ ਇਲੈਕਟਡ MLA ਨੇ ਜਾਂ ਜਿਹੜੇ ਪਬਲਿਕ ਨੂੰ ਸਰਵ ਕਰਨਾ ਚਾਹੁੰਦੇ ਜੀ ਲੋਕ ਨੇ, ਮੋਹਰੇ ਆਉਂਦੇ ਨੇ, ਉਹ ਲੋਕਾਂ 'ਚ ਜਾਣ, ਲੋਕਾਂ ਤੋਂ ਸਪੋਰਟ ਮੰਗਣ, ਲੋਕਾਂ ਦੀ ਸਪੋਰਟ ਦੇ ਨਾਲ ਮੋਹਰੇ ਆਉਣਗੇ ਤਾਂ ਉਹਨਾਂ ਦੀ ਜਵਾਬਦੇਹੀ ਜਿਹੜੀ ਆ, ਅਕਾਊਂਟੇਬਿਲਟੀ ਲੋਕਾਂ ਪ੍ਰਤੀ ਹੋਊਗੀ। ਉਹਨੂੰ ਚੇਂਜ ਕਰਨ ਲਈ ਇੱਕ ਤਾਂ ਉਹ ਵੱਡੀ ਗੱਲ ਆ, ਸਾਹਮਣੇ ਲੋਕਾਂ ਤੋਂ ਸਪੋਰਟ ਆਉਂਦੀ ਦਿਸ ਨਹੀਂ ਰਹੀ। ਨਾ ਕਿ ਸਰਵੇ ਜਿਹੜੇ ਉਹਨਾਂ ਦੇ ਵਿੱਚ ਹੀ ਪਪੂਲੈਰਿਟੀ ਥੱਲੇ ਜਾ ਰਹੀ ਹੈ, ਬਲਕਿ ਡੋਨੇਸ਼ਨਸ ਦੇ ਵਿੱਚ ਵੀ ਜਿਹੜੀ ਕੁਆਰਟਰਲੀ ਰਿਪੋਰਟਸ ਆਉਂਦੀਆਂ, ਐਨੂਅਲ ਰਿਪੋਰਟਸ ਆਉਂਦੀਆਂ, ਉਹਦੇ ਵਿੱਚ ਰੂਲਿੰਗ ਪਾਰਟੀ ਵਾਲੀ ਕੋਈ ਸਪੋਰਟ ਉਹਨਾਂ ਨੂੰ ਮਿਲ ਨਹੀਂ ਰਹੀ। ਉਹਨੂੰ ਡੀਲ ਕਰਕੇ ਪ੍ਰੀਮੀਅਰ ਬਹੁਤ ਬਦਨਾਮ ਨੇ। ਅਜੇ ਤੱਕ ਵੀ ਉਹਨਾਂ ਦੀ ਜਿਹੜੀ ਲੀਡਰਸ਼ਿਪ ਕੰਟੈਸਟ ਹੈ ਪਹਿਲਾਂ ਵਾਲਾ, ਉਹ ਸਟਿਲ RCMP ਦੀ ਇਨਵੈਸਟੀਗੇਸ਼ਨ ਤੇ ਉਸ ਪੈਟਰਨ ਨੂੰ ਨਾ ਜੋੜ ਕੇ ਸਮਝਣ ਦੀ ਲੋੜ ਹੈ। ਬਿਲਕੁਲ। ਤੇ ਇਹ ਸਮਝ ਲਓ ਵੀ ਇਹ ਕਾਨੂੰਨ ਪਾਸ ਕਰਕੇ ਉਹਨਾਂ ਨੇ ਉਹ ਸਾਰਾ ਕੁਝ ਜੋ ਜਿਹੜਾ ਅੰਡਰ ਇਨਵੈਸਟੀਗੇਸ਼ਨ ਹੈ, ਕ੍ਰਿਮੀਨਲ ਇਨਵੈਸਟੀਗੇਸ਼ਨ ਦੇ ਅੰਡਰ ਹੈ, ਉਹ ਸਾਰਾ ਕੁਝ ਲੀਗਲ ਕਰ ਦਿੱਤਾ ਜੀ ਇੱਕ ਕਿਸਮ ਦੇ ਨਾਲ। ਤੇ ਇਹ ਡੈਫੀਨੇਟਲੀ ਆ, ਉਹਨਾਂ ਦੀ ਪਾਰਟੀ ਵੀ ਉਹਦੇ ਤੋਂ ਪ੍ਰਭਾਵਿਤ ਹੈ। ਉਹਨਾਂ ਦੇ ਜਿਹੜੇ 3 MLAs ਆ, ਉਹਨਾਂ ਨੇ ਵੀ ਵੋਟ ਪਾਈ ਉਹਦੇ ਅਗੇਂਸਟ, ਤੇ ਆਪੋਜੀਸ਼ਨ ਨੇ ਤਾਂ ਲਗਾਤਾਰ ਉਹਦੇ ਤੇ ਕੀਤਾ ਹੀ ਹੈ। ਤੇ ਇਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਖਤਰਾ ਇਹ ਆ ਵੀ ਜਿਹੜਾ ਡੈਮੋਕ੍ਰੇਸੀ ਦਾ ਪੱਲੜਾ ਆ, ਉਹ ਲਗਾਤਾਰ ਕਾਰਪੋਰੇਸ਼ਨਾਂ ਜਾਂ ਜਿਹੜੇ ਉਹ ਲੋਕ ਜਿਹੜੇ ਰਿਚ ਲੋਕ ਆ, ਜਿਹੜੇ ਵੱਡੇ ਆਪਣੇ ਫੰਡ ਡੋਨੇਟ ਕਰ ਸਕਦੇ ਨੇ, ਡੰਪ ਕਰ ਸਕਦੇ ਕਹੋ, ਤੇ ਉਹਨਾਂ ਦੇ ਹੱਕ ਦੇ ਵਿੱਚ ਭੁਗਤਦਾ। ਜੇ ਉਹਨਾਂ ਦੇ ਹੱਕ 'ਚ ਜੇ ਭੁਗਤਦਾ ਆ ਤਾਂ ਡੈਫੀਨੇਟਲੀ ਸਾਨੂੰ ਹੋਰ ਜਿਹੜਾ ਪਬਲਿਕ ਸੈਕਟਰ ਆ ਜਾਂ ਲੋਕਾਂ ਦੀ ਪ੍ਰੋਟੈਕਸ਼ਨ ਆ, ਤੇ ਆਸ ਕੀਤੀ ਜਾ ਸਕਦੀ ਜਾਂ ਦੇਖਿਆ ਜਾ ਸਕਦਾ ਕਿ ਉੱਤੇ ਹੋਰ ਵੱਡੇ ਅਟੈਕ ਹੋਣਗੇ। ਇਹ ਜਿਹੜੀ ਬਿੱਲ 81 ਦੀ ਗੱਲ ਕਰੀਏ ਨਾ, ਆਸਾਨ ਸ਼ਬਦਾਂ 'ਚ ਇਹਦੀ ਜਿਹੜੀ ਵਿਆਖਿਆ ਕੀਤੀ ਗਈ ਹੈ ਕਿ ਐਨੀ ਪਾਰਟੀ ਮੈਂਬਰ ਕੈਨ ਬਾਏ ਪਾਰਟੀ ਮੈਂਬਰਸ਼ਿਪ for the people without telling them and without getting their approval। ਸੋ ਲੀਲਾ ਅਹੀਰ ਜਿਹੜੇ ਆ USP ਪਾਰਟੀ ਦੇ ਮੈਂਬਰ ਆ, ਉਹਨਾਂ ਸਣੇ 2 ਮੈਂਬਰ ਹੋਰ, ਕੁੱਲ 3 ਮੈਂਬਰਾਂ ਨੇ ਇਸ ਬਿੱਲ ਦੇ ਅਗੇਂਸਟ ਜਿਹੜੀ ਆ ਵੋਟ ਪਾਈ। ਉਹਨਾਂ ਨੇ ਸਟੇਟਮੈਂਟ ਵੀ ਦਿੱਤੀ ਵੀ ਅਗਰ ਮੈਂ ਆਪਣੀ ਫੈਮਿਲੀ ਮੈਂਬਰ ਤੇ ਰਿਲੇਟਿਵਸ ਦੀ ਮੈਂਬਰਸ਼ਿਪ ਵੀ ਇਨਕਲੂਡ ਕਰ ਲਵਾਂ ਨਾ, ਤੇ ਉਹ ਤਕਰੀਬਨ 2200 ਮੈਂਬਰ ਮੈਂ ਉਹਦੇ ਵਿੱਚ ਜੁਆਇਨ ਕਰਾ ਸਕਦੀ ਹਾਂ। ਸੋ ਇਸ ਹੱਦ ਤੱਕ ਇਸ ਜਿਹੜੇ ਬਿੱਲ ਦੇ ਆ ਨੈਗੇਟਿਵ ਇੰਪਲੀਕੇਸ਼ਨਸ ਹੋ ਸਕਦੀਆਂ ਨੇ। ਇਹ ਦੇਖੋ ਨਾ, ਬਲਕ ਮੈਂਬਰਸ਼ਿਪ ਉਹਨੂੰ ਯੂਜ਼ ਕੀਤਾ ਇਹਨਾਂ ਨੇ ਵਰਡ ਜਿਹੜਾ। ਬਿਲਕੁਲ। ਹੁਣ ਤੁਸੀਂ ਹਾਲ ਇਹ ਆ ਵੀ
ਐਨੂਅਲ ਲਿਮਿਟੇਸ਼ਨ ਇੱਕ ਹੈ, ਕੰਟਰੀਬਿਊਟ ਕਰ ਸਕਦੇ ਨੇ ਲੋਕ, ਬਿਲਕੁਲ। ਹੈਲਪ ਕਰ ਸਕਦੇ ਨੇ। ਹੂੰ ਪਰ ਜਿਹੜਾ ਨੋਮੀਨੇਸ਼ਨ ਕੰਟੈਸਟ ਪੀਰੀਅਡ ਹੈ ਹੂੰ ਉਹਦੇ ਦੌਰਾਨ ਕੈਂਡੀਡੇਟ ਆਪ ਵੀ, ਕੋਈ ਹੋਰ ਵੀ, ਚਾਹੇ ਫੈਮਿਲੀ ਮੈਂਬਰ ਹੋਣ ਜਾਂ ਕੋਈ ਹੋਰ ਉਹਨੂੰ ਸਪੋਰਟ ਕਰਨਾ ਚਾਹੁੰਦੇ ਹਨ, ਉਹ ਐਕਸਟਰਾ $4000 ਹੂੰ ਉਸ ਲਿਮਿਟ ਤੋਂ ਬਿਨਾਂ ਹੋਰ ਐਡ ਕਰ ਸਕਦੇ ਨੇ। ਉੱਪਰੋਂ ਇਹ ਕਹਿ ਦਿੱਤਾ ਵੀ ਕੋਈ ਵੀ ਬੰਦਾ ਕਿਸੇ ਦੇ ਵਿਆਹ ਤੇ ਕਿਸੇ ਨੂੰ ਵੀ ਮੈਂਬਰਸ਼ਿਪ ਸਾਈਨ ਕਰਕੇ ਦੇ ਸਕਦਾ। ਉਹ ਸਿੱਧੀ ਗੱਲ ਇਹ ਆ ਕਿ ਇੱਕ ਤਾਂ ਕੈਨੀ ਸਾਹਿਬ ਦਾ ਜਿਹੜਾ ਲੀਡਰਸ਼ਿਪ ਚੈਲੰਜ ਹੋ ਰਹੀ ਆ, ਹੂੰ ਉਹਨਾਂ ਦੀ ਉਹ ਆਉਣੀ ਆ ਕੌਂਸਲ ਜਾਂ ਕਨਵੈਨਸ਼ਨ ਜਿਹੜੀ ਵੀ, ਜੀ ਉਹਦੇ ਵਿੱਚ ਉਹ ਹੁਣ ਮੈਂਬਰ ਭਰੇ ਜਾਣਗੇ ਹੂੰ। ਤੇ ਉੱਥੇ ਜਾ ਕੇ VOTING ਕਰਾਈ ਜਾਊਗੀ ਤਾਂ ਕਿ ਉਹਨਾਂ ਦੇ ਹੱਕ 'ਚ, ਕਿਉਂਕਿ ਜਿਹੜੀਆਂ ਰਾਈਡਿੰਗਸ ਸੀ ਉਹਦੇ ਵਿੱਚ ਉਹ ਹਾਰ ਗਏ ਨੇ, ਮਿਨੀਮਮ 22 ਰਾਈਡਿੰਗਸ ਚਾਹੀਦੀਆਂ ਸੀਗੀਆਂ ਜੀ ਤੇ ਉਹ ਮੰਗ ਕਰ ਰਹੀਆਂ ਨੇ ਉਹਨਾਂ ਦੀ ਲੀਡਰਸ਼ਿਪ ਜਿਹੜਾ ਰਿਵਿਊ ਦੀ। ਹੂੰ ਇੱਕ ਤਾਂ ਉਹਨੂੰ ਸਰਵ ਕਰਨਗੇ, ਜੀ ਦੂਸਰਾ ਜਿਹੜੇ ਉਹ ਆਪਣੀ ਪਾਰਟੀ ਦੇ ਵਿੱਚ ਜਿਹੜੇ ਲੋਕ ਥੋੜੇ ਬਹੁਤ ਵੀ ਕਿਤੇ ਸੰਜੀਦਾ ਨੇ ਹੂੰ ਜਾਂ ਆਵਾਜ਼ ਉਠਾਉਂਦੇ ਨੇ, ਉਹਨਾਂ ਨੂੰ ਬਾਹਰ ਕਰਨ ਦਾ ਰਸਤਾ ਉਹਨਾਂ ਨੇ ਦਿਖਾ ਦਿੱਤਾ ਇਹਦੇ 'ਚ। ਤੇ ਤੀਸਰਾ ਇਹ ਆ ਵੀ ਉਹ ਜਨਰਲ ਇਲੈਕਸ਼ਨ ਨੂੰ ਹਾਈਜੈਕ ਕਰਨ ਦਾ ਰਾਹ, ਵੀ ਹੁਣ ਬਿਗ ਕਾਰਪੋਰੇਸ਼ਨਾਂ ਨੂੰ, ਜਿਵੇਂ ਮੈਂ ਅੱਗੇ ਜਾ ਕੇ ਗੱਲ ਵੀ ਕਰੂੰਗਾ, ਜਿਹੜੇ 15 ਬਿੱਲ ਸੀਗੇ ਹੂੰ ਉਹ ਕਿਸ ਤਰ੍ਹਾਂ ਕਿੱਧਰ ਨੂੰ ਝੁਕਦੇ ਸੀ, ਵੀ ਜਿਨ੍ਹਾਂ ਨੂੰ ਉਹ ਗੱਫੇ ਹੁਣ ਦੇਣੇ ਨੇ, ਵੀ ਉਹਨਾਂ ਦੀ ਸਹਾਇਤਾ ਨਾਲ ਉਹੀ ਪੈਸੇ ਵਾਪਸ ਇਲੈਕਸ਼ਨਾਂ ਵਿੱਚ ਲਿਆ ਕੇ ਤੇ ਇਸ ਤਰ੍ਹਾਂ ਅਸੀਂ ਜਿੱਤ ਜਾਵਾਂਗੇ। ਜੀ ਜਿੱਤ ਜਾਣਗੇ ਇਹ ਤਾਂ ਆਸ ਅਜੇ ਲੱਗਦੀ ਨਹੀਂ ਹੈ ਉਹਨਾਂ ਦੀ, ਪਰ ਉਹਨਾਂ ਦੇ ਮਨਸ਼ੇ ਇੰਨੇ ਮਾੜੇ ਨੇ ਤੇ ਮੈਂ ਸਮਝਦਾ ਕਿ ਬਹੁਤ ਹੀ ਨਿੰਦਾਜਨਕ ਨੇ। ਮੈਂ ਸਮਝਦਾ ਫੇਅਰਨੈਸ ਨਹੀਂ ਹੈ। ਜੇ ਤੁਸੀਂ ਫੇਅਰਨੈਸ ਕਰਨੀ ਹੁੰਦੀ, ਹੂੰ ਤੁਹਾਡੀ ਪਾਰਟੀ ਆ ਉਹ ਫ੍ਰੀ ਦੇ ਉੱਤੇ ਵੀ ਮੈਂਬਰਸ਼ਿਪ ਦੇ ਸਕਦੀ ਆ, ਬਿਲਕੁਲ। ਉਹ $1 ਤੇ ਵੀ ਦੇ ਸਕਦੀ ਆ। ਮੈਂਬਰਸ਼ਿਪ ਦੀ ਫੀਸ ਰੱਖੀ ਹੋਈ ਹੈ, ਵੱਡੀ ਰੱਖੀ ਹੋਈ ਹੈ, ਹੂੰ ਔਰ ਨਾਲ ਹੁਣ ਕਹਿ ਦਿੱਤਾ ਵੀ $4000 ਆਏਗਾ, ਹੂੰ ਔਰ ਕਹਿ ਦਿੱਤਾ ਵੀ ਤੁਸੀਂ ਜਿਹਨੂੰ ਮਰਜ਼ੀ ਮੈਂਬਰ ਬਣਾ ਸਕਦੇ ਹੋ। ਤੁਸੀਂ ਜੇ ਲੋਕਾਂ ਦੀ ਪਾਰਟਿਸਿਪੇਸ਼ਨ ਵਧਾਉਣਾ ਚਾਹੁੰਦੇ ਹੋ, ਬੜੇ ਰਾਹ ਨੇ। ਹੂੰ ਫੇਅਰਨੈਸ ਕ੍ਰੀਏਟ ਕਰਨਾ ਚਾਹੁੰਦੇ, ਬੜੇ ਰਾਹ ਨੇ। ਸਵਾਲ ਇਹ ਹੈ ਕਿ ਮਿਨੀਮਮ ਤੁਸੀਂ ਫੀਸ ਰੱਖ ਦਿੱਤੀ, ਇੱਕ ਪਾਸੇ ਤੁਸੀਂ ਉਸ ਬੰਦੇ ਦੇ ਲਈ ਇਹ ਰਾਹ ਰੱਖ ਦਿੱਤਾ ਕਿ ਉਹ ਜਿਹੜੀ ਬਿਗ ਮਨੀ ਆ ਉਹਨੂੰ ਅਟਰੈਕਟ ਕਰ ਸਕਦਾ, ਉਹਨੂੰ ਇਨਵਾਈਟ ਕਰ ਸਕਦਾ, ਤੇ ਦੂਸਰਾ ਇਹ ਕਹਿਤਾ ਕਿ ਜਿਹਨੂੰ ਮਰਜ਼ੀ ਮੈਂਬਰ ਬਣਾ ਸਕਦਾ। ਬਿਲਕੁਲ। ਤੇ ਇਹਦਾ ਮਤਲਬ ਇਹ ਹੈ ਜਿਹੜਾ ਪੈਸੇ ਲੈ ਕੇ ਆਊਗਾ ਉਹੀ ਹੀ ਮੈਂਬਰ ਬਣਾਊਗਾ, ਜਿਹੜਾ ਪੈਸੇ ਲੈ ਕੇ ਨਹੀਂ ਆਊਗਾ ਉਹ ਮੈਂਬਰ ਨਹੀਂ ਬਣਾ ਸਕੂਗਾ। ਜੀ ਇਸ ਉਹਦਾ ਹੀ ਬਾਇਸਡ ਹੈ। ਪ੍ਰਿੰਸੀਪਲੀ ਇਹ ਗੱਲ ਉੱਦਾਂ ਹੀ ਬਹੁਤ ਰੋਂਗ ਹੈ ਕਿ ਉਹਨਾਂ ਦਾ ਆਪਣਾ ਮੈਂਬਰ ਜਿਹੜਾ ਕਾਕਸ ਦਾ ਮੈਂਬਰ ਡੇਵ ਹੈਂਸਨ, ਹੂੰ ਉਹਨੇ ਇੱਕ ਅਮੈਂਡਮੈਂਟ ਲਿਆਉਣ ਦੀ ਕੋਸ਼ਿਸ਼ ਕੀਤੀ ਸੀ ਕਿ ਤੁਸੀਂ ਚਲੋ ਜੇ ਫ੍ਰੀ ਮੈਂਬਰਸ਼ਿਪ ਕਰ ਹੀ ਰਹੇ ਹੋ, ਨਹੀਂ ਮੰਨ ਰਹੇ ਹੂੰ ਜਿਹਦੀ ਮਰਜ਼ੀ, ਤੇ ਐਟਲੀਸਟ ਉਹਦੇ ਕੋਲੋਂ ਕੰਸੈਂਟ ਲੈਣਾ ਜ਼ਰੂਰੀ ਹੋਵੇ। ਬਿਲਕੁਲ। ਤੇ ਇਹਨਾਂ ਨੇ ਇੰਨਾ ਮਾੜਾ ਕੰਮ ਕੀਤਾ ਕਿ ਪਹਿਲਾਂ ਤਾਂ ਬਹਿਸ ਕਲੋਜ਼ ਕਰਤੀ 1 ਘੰਟੇ ਲਈ, ਫਿਰ ਉਹ ਬਹਿਸ ਨੂੰ ਵੀ ਆਪ ਹੀ ਹਾਈਜੈਕ ਕਰ ਲਿਆ, ਫਿਰ ਉਹ ਆਪਣੇ ਮੈਂਬਰ ਨੂੰ ਵੀ ਅਮੈਂਡਮੈਂਟ ਵੀ ਨਹੀਂ ਪੇਸ਼ ਕਰਨ ਦਿੱਤੀ ਕਿ ਉਹਦੇ ਤੇ ਡਿਬੇਟ ਹੀ ਹੋ ਸਕੇ, ਹਾਲਾਂਕਿ ਉਹਦੇ ਤੇ ਵੀ VOTING ਹੋ ਸਕਦੀ ਸੀ ਜੇ ਉਹਨੂੰ ਡਿਫੀਟ ਕਰਨਾ ਹੁੰਦਾ। ਇਸ ਢੰਗ ਨਾਲ ਇਹਨਾਂ ਨੇ ਸਾਰੇ ਉਸ ਪ੍ਰੋਸੈਸ ਨੂੰ ਬਲੌਕ ਕੀਤਾ ਜਾਂ ਹਾਈਜੈਕ ਕੀਤਾ। ਤੇ ਇਹਦੇ ਵਿੱਚ ਜਿਹੜਾ ਮੈਂ ਉਹਨਾਂ ਨੂੰ ਬੋਲ ਕੇ ਕਿਹਾ ਸੀ ਵੀ ਜਿਹੜਾ ਬੰਦਾ ਤੁਹਾਡੀ ਪਾਰਟੀ ਦਾ ਮੈਂਬਰ ਬਣਨਾ ਨਹੀਂ ਚਾਹੁੰਦਾ ਜੀ, ਤੇ ਤੁਸੀਂ ਉਹਨੂੰ ਮੈਂਬਰ ਕਿਉਂ ਬਣਾਓਗੇ? ਦੱਸੇ ਬਿਨਾ ਨਹੀਂ, ਤੁਸੀਂ ਉਹਨੂੰ ਹੀ ਮੈਂਬਰ ਬਣਾਓਗੇ, ਉਹਦਾ ਹੀ ਤੁਸੀਂ ਉਹਦੀ ਹੀ, ਮੈਂ ਤੁਹਾਡੀ ਫੀਸ ਤਾਂ ਹੀ ਪੇ ਕਰਾਂਗਾ ਹਾਂ। ਜੇ ਤੁਸੀਂ ਕਹੋਗੇ ਵੀ ਮੈਂ ਫੀਸ ਦੇਣ ਲਈ ਤਾਂ ਤੁਹਾਨੂੰ ਤਿਆਰ ਨਹੀਂ। ਜਿਹੜਾ ਬੰਦਾ ਇਹ ਕਮਿਟਮੈਂਟ ਕਰਕੇ ਬੇਸਿਕ ਮਿਨੀਮਮ ਕਮਿਟਮੈਂਟ ਤੁਹਾਡੀ ਪਾਰਟੀ ਨਾਲ ਕਰਨ ਲਈ ਤਿਆਰ ਨਹੀਂ, ਜੀ ਤੁਸੀਂ ਕਿਉਂ ਉਹਦੇ ਪੈਸੇ ਦੇਵੋਗੇ? ਹੂੰ ਦੂਸਰੀ ਗੱਲ ਇਹ ਆ ਵੀ ਜੇ ਤੁਸੀਂ ਮੇਰੇ ਆਈਡੀਆ ਨਾਲ ਸੰਬੰਧਿਤ ਨਹੀਂ ਤਾਂ ਮੈਂ ਤੁਹਾਨੂੰ ਕਿਉਂ ਲੈ ਕੇ ਆਉਂਗਾ ਉਹਦੇ ਵਿੱਚ ਪੈਸੇ ਦੇ ਕੇ? ਬਿਲਕੁਲ। ਤੇ ਤੀਸਰੀ ਗੱਲ ਇਹ, ਜੇ ਕੋਈ ਅਫੋਰਡ ਨਹੀਂ ਕਰਦਾ ਹੈ ਹੂੰ ਤਾਂ ਫਿਰ ਤਾਂ ਤੁਹਾਨੂੰ ਉਹਦੀ ਅਫੋਰਡੇਬਿਲਟੀ ਤੇ ਪਹਿਲਾਂ ਵਰਕ ਕਰਨਾ ਚਾਹੀਦਾ, ਹੂੰ ਨਾ ਕਿ ਉਹਦੀ ਕੰਡੀਸ਼ਨ ਜਿਹੜੀ ਆ ਉਹਨੂੰ ਆਪਣੀ ਜਿਹੜੀ ਤੁਹਾਡਾ ਕੈਰੀਅਰ ਆ ਉਹਨੂੰ ਐਕਸਲਰੇਟ ਕਰਨ ਲਈ ਵਰਤਣਾ ਚਾਹੀਦਾ। ਰਾਜਨੀਤਿਕ ਸਵਾਰਥਾਂ ਦੀ ਪੂਰਤੀ ਲਈ ਨਹੀਂ ਕਿ ਵਰਤਣਾ ਬੰਦੇ ਕੋਲ ਤਾਂ $2 ਪੇ ਕਰਨ ਲਈ ਹੈ ਨਹੀਂ, ਉਹਨੂੰ ਤਾਂ ਸਵੇਰ ਦਾ ਇਹ ਪਤਾ ਵੀ ਦੁਪਹਿਰ ਨੂੰ ਮੈਂ ਇਹ $10 ਦਾ ਫੂਡ ਲੈਣਾ, ਆਪਣਾ ਮੈਕਡੋਨਲਡ ਖਰੀਦਣਾ, ਤੇ ਤੁਸੀਂ ਕਹੋ ਕੋਈ ਨਹੀਂ $25 ਮੈਂ ਦੇਣਾ, ਵੋਟ ਤੂੰ ਮੈਨੂੰ ਪਾ ਜੀ, ਬਾਕੀ ਗੱਲ ਦੇਖੀ। ਬਜਾਏ ਇਹਦੇ ਕਿ ਇਹਨੂੰ ਐਡਰੈਸ ਕਰੇ, ਜਿਹੜਾ ਪੋਲੀਟੀਸ਼ੀਅਨ ਦਾ ਪਹਿਲਾ ਜਿਹੜਾ ਫਰਜ਼ ਬਣਦਾ। ਇਹ ਹਰ ਇੱਕ ਪੱਖ ਤੋਂ ਰੋਂਗ ਆ। ਡੈਮੋਕ੍ਰੈਟਿਕ ਪ੍ਰੋਸੈਸ ਜਿੰਨੇ ਵੀ ਇੰਸਟੀਟਿਊਸ਼ਨਸ ਉਹਨਾਂ ਦੇ ਅਗੇਂਸਟ ਜਾਂਦਾ, ਔਰ ਇਹਦੀ ਹਰ ਪਾਸੇ ਨਿੰਦਾ ਹੋ ਰਹੀ ਆ। ਸੋ ਦਿਓ ਸਾਹਿਬ, ਬ੍ਰੇਕ ਦਾ ਸਮਾਂ ਹੋ ਚੁੱਕਿਆ ਵਾ, ਮੁੱਦੇ ਕੁਝ ਹੋਰ ਵੀ ਨੇ, ਬ੍ਰੇਕ ਤੋਂ ਬਾਅਦ ਗੱਲਬਾਤ ਕਰਦੇ ਹਾਂ ਜੀ। ਠੀਕ ਹੈ, ਥੈਂਕ ਯੂ। ਤੁਸੀਂ ਕਿਤਨਾ ਜਾਣਾ ਜੀ, ਦੇਖਦੇ ਰਹਿਣਾ ਪ੍ਰੋਗਰਾਮ ਬਿਯੋਂਡ ਦੀ ਹੈਡਲਾਈਨਸ, ਜਲਦ ਹਾਜ਼ਰ ਹੋਣੇ ਆ। ਪ੍ਰੋਗਰਾਮ ਬਿਯੋਂਡ ਦੀ ਹੈਡਲਾਈਨਸ ਵਿੱਚ ਆਪ ਦਾ ਬ੍ਰੇਕ ਤੋਂ ਬਾਅਦ ਫਿਰ ਤੋਂ ਸਵਾਗਤ ਹੈ ਜੀ। ਸਾਡੇ ਨਾਲ ਜੁੜੇ ਨੇ ਸਰਦਾਰ ਜਸਵੀਰ ਸਿੰਘ ਦਿਓਲ, ਜਿਹੜੇ ਕਿ MLA ਨੇ ਐਡਮਿੰਟਨ ਮੈਡੋਸ ਤੋਂ। ਭਾਜੀ, ਬ੍ਰੇਕ ਤੋਂ ਪਹਿਲਾਂ ਆਪਣੀ ਗੱਲਬਾਤ ਚੱਲ ਰਹੀ ਸੀ ਬਿੱਲ 81 ਤੇ, ਹਾਂਜੀ, ਤੇ ਆਪਾਂ ਜ਼ਿਕਰ ਕੀਤਾ ਵੀ 3 UCP ਦੇ ਜਿਹੜੇ MLA ਸੀਗੇ ਉਹਨਾਂ ਨੇ ਵੀ ਵਿਰੋਧ ਦੇ ਵਿੱਚ ਵੋਟ ਪਾਈ।
ਇਸ ਤੋਂ ਬਾਅਦ ਆਪਾਂ ਜਦੋਂ ਗੱਲ ਕਰੀਏ ਜੇਸਨ ਕੇਨੀ ਹੋਣਾ ਦੇ ਪਪੂਲੈਰਿਟੀ ਦੇ ਗ੍ਰਾਫ ਦੇ ਵਿੱਚ, ਉਹ ਲਗਾਤਾਰ ਪਿਛਲੇ ਲਗਭਗ 1 ਸਾਲ ਤੋਂ ਗਿਰਾਵਟ ਵੱਲ ਜਾ ਰਿਹਾ। ਹਾਂਜੀ। ਔਰ ਇੱਕ ਨਵੀਂ ਖਬਰ ਆ ਰਹੀ ਹੈ ਕਿ ਸਪਰਿੰਗ ਦੇ ਵਿੱਚ ਉਹਨਾਂ ਦੀ ਲੀਡਰਸ਼ਿਪ ਦਾ ਰਿਵਿਊ ਹੋਣਾ ਵਾ। April 9 ਡਿਸਾਈਡ ਕੀਤੀ ਗਈ ਹੈ, ਰੈੱਡ ਈਅਰ ਦੇ ਵਿੱਚ ਉਹਨਾਂ ਦਾ ਇਹ ਰਿਵਿਊ ਹੋਣਾ ਵਾ। ਸੋ ਜਦੋਂ ਇਹ ਲਗਾਤਾਰ ਗੱਲਾਂ ਜਿਹੜੀਆਂ ਇੱਕ-ਮਿਕ ਹੁੰਦੀਆਂ ਨਜ਼ਰ ਆਉਂਦੀਆਂ ਨੇ, ਤੇ ਇਹਦਾ ਆਉਣ ਵਾਲੇ ਸਮੇਂ ਦੇ ਵਿੱਚ ਕੀ ਫਿਊਚਰ ਦਿਖਦਾ? ਜਿਹੜਾ ਮੈਂ ਇਹਨੂੰ ਹੋਰ ਢੰਗ ਨਾਲ ਦੇਖਦਾ ਜੀ, ਦੇਖੋ ਇਹ ਉਹਨਾਂ ਦੀ ਇੰਟਰਨਲ ਲੜਾਈ ਹੈ ਜੀ। ਇਹਦੇ ਤੇ ਦਿਨ ਰਾਤ ਕੰਮ ਕਰ ਲਓ, ਗੱਲਾਂ ਕਰੀ ਜਾਓ। ਸਵਾਲ ਇਹ ਆ ਵੀ ਜੇ ਉਹ ਚਾਹੇ ਲੜਾਈ ਹੈਗੀ ਆ, ਚਾਹੇ ਲੜਾਈ ਉਹਨਾਂ ਦੇ ਅੰਦਰ ਨਹੀਂ ਹੈਗੀ, ਜੇ ਲੋਕਾਂ ਨੇ ਇਹਨਾਂ ਨੂੰ ਰਾਜਨੀਤੀ ਸੰਭਾਲੀ ਹੈ ਤੇ ਉਸ ਕੰਟੈਕਸਟ, ਉਸ ਪਰਸਪੈਕਟਿਵ 'ਚ ਲੋਕਾਂ ਲਈ ਇਹਦਾ ਕੀ ਮੀਨਿੰਗ ਹੈ। ਠੀਕ ਹੈ ਜੀ। ਤੇ ਉਸ ਪੱਖ ਤੋਂ ਸਥਿਤੀ ਨਿਰਾਸ਼ਾਜਨਕ ਹੈ। ਪਿਛਲੇ 2.5 ਸਾਲ ਦੇ ਵਿੱਚ ਜਿਹੜੀ ਪਪੂਲੈਰਿਟੀ ਦੀ ਤੁਸੀਂ ਗੱਲ ਕਰਕੇ ਹਟੇ ਹੋ, ਇੱਕ ਤਾਂ ਇਹ ਹੈ ਵੀ ਲੋਐਸਟ ਪਪੂਲੈਰਿਟੀ ਇਨ ਦੀ ਕੰਟਰੀ। ਬਿਲਕੁਲ। ਐਂਡ ਅਲਬਰਟਾ ਦੇ ਪ੍ਰੀਮੀਅਰ ਦੇ ਹਿੱਸੇ ਆਈ ਉਹ। ਹਾਂ, ਤੇ ਦੂਸਰੀ ਗੱਲ ਇਹ ਅਲਬਰਟਾ ਦੀ ਹਿਸਟਰੀ 'ਚ ਵੀ ਸ਼ਾਇਦ ਇੰਨੀ ਲੋਐਸਟ ਪਪੂਲੈਰਿਟੀ ਕਿਸੇ ਪ੍ਰੀਮੀਅਰ ਦੀ ਹੋਵੇ। ਮੈਨੂੰ ਐਗਜ਼ੈਕਟ ਫਿਗਰ ਯਾਦ ਨਹੀਂ, ਪਰ ਇਦਾਂ ਦੇ ਕਦੇ ਕਿਸੇ ਪ੍ਰੀਮੀਅਰ ਦੇ ਸੁਣੇ ਨਹੀਂ ਹੈ ਕਿ ਕਿਸੇ ਪਪੂਲੈਰਿਟੀ ਇੱਥੇ ਤੱਕ ਗਈ ਹੋਵੇ। ਉਹਦੇ ਪਿੱਛੇ ਕਾਰਨ ਇਹ ਹੈ ਕਿ ਜਿਹੜੇ ਲੋਕਾਂ ਦੇ ਨਾਲ ਤੁਸੀਂ ਵਾਅਦੇ ਕਰਕੇ ਆਏ ਸੀ, ਜਿਹੜੀਆਂ ਤੁਸੀਂ ਚੋਣਾਂ ਦੇ ਵਿੱਚ ਭਾਸ਼ਣ ਕੀਤੇ ਸੀ, ਜਿਹੜੇ ਤੁਸੀਂ ਮੈਨੀਫੈਸਟੋ 'ਚ ਗੱਲਾਂ ਕਹੀਆਂ ਸੀ, ਔਰ ਜਿਹੜੀਆਂ ਤੁਸੀਂ ਕਾਰਡਬੋਰਡ ਦੇ ਉੱਤੇ ਵੱਡੇ ਸਾਈਜ਼ ਦੇ ਵਿੱਚ ਲਿਖ ਕੇ ਗਰੰਟੀ ਸਾਈਨ ਕੀਤੀਆਂ ਸੀ, ਤੁਸੀਂ ਉਹਨਾਂ ਤੇ ਕਿਤੇ ਵੀ ਖਰੇ ਨਹੀਂ ਉਤਰੇ। ਔਰ ਜਿਸ ਤੇਜ਼ੀ ਨਾਲ ਹਾਲਾਤ ਬਦਲ ਰਹੇ ਨੇ, ਤੁਹਾਡੇ ਕੋਲ ਅਜੇ ਤੱਕ ਵੀ ਕੋਈ ਪਲਾਨ ਨਹੀਂ ਹੈ। ਤੇ ਅਲਬਰਟਾ ਦੇ ਵਿੱਚ ਕੋਵਿਡ ਦੇ ਨਾਲ ਸੰਬੰਧਿਤ ਹੀ ਆ ਇੰਨੇ ਮੁੱਦੇ ਨੇ। ਮੈਨੂੰ ਯਾਦ ਹੈ ਕਿ ਪਿਛਲੇ 3 ਵੀਕਾਂ ਅਸੀਂ 2-4 ਅੱਗੇ ਚੱਲ ਕੇ ਤੁਹਾਡੇ ਸ਼ੋਅ ਦੇ ਵਿੱਚ ਗੱਲਬਾਤ ਵੀ ਕਰਾਂਗੇ ਕਿ ਜਿਹੜੇ ਕੋਵਿਡ ਦੇ ਹਸਪੀਟਲਾਂ ਤੇ ਇੰਪੈਕਟ ਹੋਇਆ ਨੈਗੇਟਿਵਲੀ, ਲੋਕਾਂ ਤੇ ਇੰਪੈਕਟ ਹੋਇਆ। ਕੰਟੀਨਿਊਸਲੀ ਉਹਨਾਂ ਕੋਲ ਸਿਰਫ ਫਿਗਰਸ ਲਈ ਪਿਛਲੇ 3 ਵੀਕਾਂ ਡੇਲੀ ਜਿਹੜੇ ਉਹਦੇ ਤੇ 8 ਕੁਐਸਚਨ 9 ਕੁਐਸਚਨ ਸਵੇਰ ਨੂੰ ਤੁਸੀਂ ਅੰਦਾਜ਼ਾ ਲਾਓ 15 ਦਿਨ ਲਗਾਤਾਰ ਪੁੱਛੇ ਜਾਂਦੇ ਰਹੇ ਨੇ, ਔਰ ਉਹ ਅੰਕੜਾ ਹੀ ਨਹੀਂ ਦਿੰਦੇ। ਜੇ ਗੱਲ ਆਪਾਂ ਓਮਿਕਰੋਨ ਦੀ ਕਰੀਏ ਨਾ ਜੀ, ਹਾਂਜੀ, 19 ਕੇਸ ਅਲਬਰਟਾ 'ਚ ਹੋ ਚੁੱਕੇ ਨੇ ਹੁਣ ਤੱਕ। ਮੈਂ ਉਹ ਕਹਿ ਰਿਹਾ ਕਿ ਸਾਰਾ ਕੁਝ ਇਹਨਾਂ ਦੇ ਕੋਲ ਆ, ਮੁੜ ਕੇ ਤੁਹਾਨੂੰ ਪੈਸੇ ਖਰਚਣੇ ਪੈਂਦੇ ਨੇ। ਫਿਰ ਉਹ ਫੋਇਪ ਦੇ ਜ਼ਰੀਏ ਜਿਹੜਾ ਤੁਹਾਡਾ ਪ੍ਰੋਸੈਸ ਹੈ ਉਹ 'ਚ ਜਾਣਾ ਪੈਂਦਾ। ਉਹਦੇ 'ਚ ਵੀ ਕਈ ਚੀਜ਼ਾਂ ਉਹਨਾਂ ਨੇ ਲੈਜਿਸਲੇਟ ਕਰਕੇ ਉਹਦੇ ਤੋਂ ਬਾਹਰ ਕਰ ਦਿੱਤੀਆਂ ਨੇ, ਪਰ ਫਿਰ ਵੀ ਉਹਦੇ 'ਚ ਉਹ ਲੱਭ ਜਾਂਦੀਆਂ ਜਿਹੜੀਆਂ ਚੀਜ਼ਾਂ, ਜਿਹੜੀਆਂ ਬੜੇ ਆਰਾਮ ਦੇ ਨਾਲ ਦੱਸ ਸਕਦੇ ਨੇ। ਦੱਸ ਇਸ ਕਰਕੇ ਨਹੀਂ ਰਹੇ ਕਿਉਂਕਿ ਉਹਨਾਂ ਨੇ ਕਿਤੇ ਵੀ ਕਿਸੇ ਵੀ ਢੰਗ ਦੇ ਨਾਲ ਆਪਣੀ ਲੀਡਰਸ਼ਿਪ ਨਹੀਂ ਸ਼ੋਅ ਕੀਤੀ। ਨਾ ਜਿਸ ਵੇਲੇ ਲੋਕ ਬਿਮਾਰੀ ਦੇ ਨਾਲ ਆਪਣੇ ਘਿਰੇ ਹੋਏ ਸੀ, ਨਾ ਇਸ ਵੇਲੇ ਜਿਹੜੇ ਹਸਪਤਾਲ ਜਿਸ ਢੰਗ ਨਾਲ ਪ੍ਰੈਸ਼ਰਾਈਜ਼ ਹੋਇਆ, ਕਲੈਪਸ ਹੋਣ ਤੇ ਆ ਗਿਆ ਆਪਣਾ ਹੈਲਥ ਕੇਅਰ ਸਿਸਟਮ, ਉਸ ਵੇਲੇ ਵੀ ਮਾੜੇ ਪੱਖ ਇਹਨਾਂ ਦੇ ਬਹੁਤ ਜ਼ਿਆਦਾ ਇਹ ਆ ਕਿ ਇਹਨਾਂ ਨੇ ਨੈਗੇਟਿਵਿਟੀ ਇੰਨੀ ਫੈਲਾਈ। ਜਿਹੜਾ ਹੈਲਥ ਕੇਅਰ ਸਟਾਫ ਹੈ, ਵਰਕਰਸ ਨੇ, ਕੰਮ ਕਰਦੇ ਲੋਕ ਨੇ, ਉਹਨਾਂ ਪ੍ਰਤੀ ਵੀ, ਤੇ ਸਾਰਾ ਕੁਝ ਨੈਗੇਟਿਵ ਰਿਹਾ। ਸੂਬੇ ਦੀ ਹਾਲਤ ਇਹ ਆ ਕਿ ਓਵਰਡੋਜ਼ਸ ਜਿਹੜੇ ਆ, ਡਰੱਗਸ ਦੇ ਨਾਲ ਡੈਥ ਜਿਹੜੀਆਂ ਹੋ ਰਹੀਆਂ, ਡੇਲੀ 4 ਡੈਥਸ ਹੋਈਆਂ। ਸਭ ਤੋਂ ਪਹਿਲਾਂ ਹਿਸਟਰੀ ਦੇ ਵਿੱਚ 2020 ਦੇ ਵਿੱਚ ਇੰਨੀਆਂ ਜਿੰਨੀਆਂ ਡੈਥਸ ਹੋਈਆਂ, ਹੁਣ 2021 ਨੇ 2020 ਨੂੰ ਵੀ ਲਗਾਤਾਰ ਵਧ ਰਿਹਾ ਪਾਸ ਕਰ ਦਿੱਤਾ ਜੀ। ਤੇ ਉਹਦੇ ਤੇ ਤੁਸੀਂ ਉਹਨਾਂ ਨੂੰ ਸਵਾਲ ਕਰੋ, ਉਹਦੇ ਤੇ ਤੁਸੀਂ ਉਹਨਾਂ ਨੂੰ ਪੁੱਛੋ ਤੁਸੀਂ ਕੀ ਕਰ ਰਹੇ ਹੋ, ਉਹਨਾਂ ਕੋਲ ਕੋਈ ਜਵਾਬ ਨਹੀਂ। ਫਿਰ ਜਿਹੜੀਆਂ ਚਿਲਡਰਨ ਸਰਵਿਸਿਜ਼ ਦੇ ਡਿਪਾਰਟਮੈਂਟ ਨੇ ਜੀ, ਮੈਂ ਐਗਜ਼ੈਕਟਲੀ ਉਹਨਾਂ ਦੀ ਟਰਮ ਭੁੱਲਦਾ, ਪਰ ਉਹਦੇ ਵਿੱਚ 34 ਬੱਚਿਆਂ ਦੀ ਡੈਥ ਹੋਈ ਹੈ, 34 ਬੱਚਿਆਂ ਦੀ ਪਿਛਲੇ ਸਮੇਂ ਦੇ ਵਿੱਚ। ਔਰ ਉਹਨਾਂ ਨੇ ਕੀ ਕੀਤਾ, ਜਿਹੜਾ ਇੱਕ ਟ੍ਰਾਂਜੀਸ਼ਨ ਦਾ ਪੀਰੀਅਡ ਹੁੰਦਾ, ਜਿਹੜੇ ਫੋਸਟਰ ਕੇਅਰ ਦੇ ਵਿੱਚ ਬੱਚੇ ਹੁੰਦੇ ਆ 22 ਤੋਂ 24 ਸਾਲ ਦਾ, ਉਹਦੇ ਤੋਂ ਉਹ ਬੱਚਿਆਂ ਨੂੰ ਉਹ ਪ੍ਰੋਗਰਾਮ ਬੰਦ ਕਰਤਾ, ਐਲੀਮੀਨੇਟ ਕਰਤਾ, ਜਿਹੜਾ ਸਪੋਰਟ ਪ੍ਰੋਗਰਾਮ ਸੀ। ਤੇ ਉਹਦਾ ਇੰਨਾ ਮਾੜਾ ਜਿਹੜਾ ਇੰਪੈਕਟ ਹੋਇਆ, ਤੇ ਉਹਦੇ ਤੇ ਲਗਾਤਾਰ ਮੇਰੀ ਕਾਕਸ ਕਲੀਗ ਹੈ ਰਾਖੀ ਪੰਚੋਲੀ, ਜਿਹਦਾ ਕ੍ਰੈਡਿਟ ਪੋਰਟਫੋਲੀਓ ਆ, ਲਗਾਤਾਰ ਮੈਨੂੰ ਲੱਗਦਾ ਕੋਈ ਦਿਨ ਨਹੀਂ ਹੋਣਾ ਜਿੱਦਣ ਉੱਠ ਕੇ ਨਹੀਂ ਸਵਾਲ ਕੀਤਾ, ਤੇ ਕੋਈ ਉਹਨਾਂ ਕੋਲ ਜਵਾਬ ਨਹੀਂ ਹੈ। ਇਹ ਝੂਠੀ ਖਬਰ ਹੈ, ਇਹ ਦੂਜਾ ਆ, ਇਹ ਪ੍ਰੋਗਰਾਮ ਦਾ ਕੋਈ ਨਹੀਂ ਹੈ, ਪੈਸੇ ਅਸੀਂ ਲੋਕਾਂ ਨੂੰ ਉੱਦਾਂ ਹੀ ਦੇ ਰਹੇ ਹਾਂ। ਛੋਟੇ ਛੋਟੇ ਪ੍ਰੋਗਰਾਮ ਨੇ। ਅਸੀਂ ਇੰਡੀਆ ਤੋਂ ਆਏ ਹਾਂ, ਤੁਸੀਂ ਵੀ ਆਏ ਆ, ਮੈਂ ਆਪ ਅਪਗ੍ਰੇਡਿੰਗ ਕੀਤੀ ਹੈ ਆਪਣੀ ਐਜੂਕੇਸ਼ਨ ਦੀ ਆ ਕੇ। ਇੱਥੇ ਉਹ ਸੀ ਇਨਕਮ ਸਪੋਰਟ ਪ੍ਰੋਗਰਾਮ, ਜਿਹੜੀ ਹਾਇਰ ਐਜੂਕੇਸ਼ਨ ਲਈ ਅਪਗ੍ਰੇਡ ਕਰਨ ਲਈ, ਜਾਂ ਉਹ ਸੀ ਸਕਿੱਲਡ ਇਨਵੈਸਟਮੈਂਟ ਪ੍ਰੋਗਰਾਮ, ਬਰਸਰੀ, ਸਕਿੱਲਡ ਇਨਵੈਸਟਮੈਂਟ ਬਰਸਰੀ, ਪਾਰਟ ਟਾਈਮ ਜਿਹੜੇ ਕਰਦੇ ਸੀ। ਉਹਨਾਂ ਨੂੰ ਪਹਿਲਾਂ ਕਹਿ ਦਿੱਤਾ ਵੀ ਤੁਸੀਂ ਇਹ ਚੀਜ਼ਾਂ ਜਿਹੜੀਆਂ ਆਪਣੇ ਤੁਹਾਨੂੰ ਜਿਹੜੇ ਬੈਨੀਫਿਟ ਮਿਲਦੇ ਨੇ, ਇਹ ਆਪਣੇ ਇਨਕਮ ਟੈਕਸ ਦੇ ਵਿੱਚ ਇਹਨੂੰ ਕਲੇਮ ਕਰੋ। ਇਨਕਮ ਟੈਕਸ 'ਚ ਕਲੇਮ ਕਰਨਾ ਉਹਨਾਂ ਦੀ ਇਨਕਮ ਵੱਧ ਗਈ, ਅਗਲੇ ਵਾਰ ਕੁਆਲੀਫਾਈ ਨਹੀਂ ਕਰਨਗੇ।
ਅੱਛਾ, ਹੁਣ ਉਹ ਬੰਦੀ ਕਰ ਦਿੱਤੇ। ਹੁਣ ਉਹਨਾਂ ਨੂੰ ਇਹ ਕਹਿਤਾ ਵੀ 2000 ਅਪ੍ਰੈਲ ਤੋਂ ਪਹਿਲਾਂ ਜਿਹੜਾ ਐਡਮਿਟ ਹੋ ਗਿਆ ਪ੍ਰੋਗਰਾਮ 'ਚ ਉਹ ਸ਼ਾਇਦ ਲੈ ਲੂਗਾ, ਉਸ ਤੋਂ ਬਾਅਦ ਲਊਗਾ ਨਹੀਂ। ਤੇ ਉਹਦੇ ਤੇ ਇੰਨੀਆਂ ਜ਼ਿਆਦਾ ਇਨਫੋਰਮੇਸ਼ਨ, ਇੰਨਾ ਕੁਛ, ਜਿਹੜੇ ਲੋਕ ਉੱਥੇ ਪੜ੍ਹਦੇ ਸੀ ਉਹ ਕੋਰਸ ਛੱਡ ਗਏ ਨੇ, ਉਹਨਾਂ ਦੇ ਡ੍ਰੌਪ ਹੋ ਗਏ ਨੇ। ਛੋਟੀਆਂ ਚੀਜ਼ਾਂ, ਯੂਨੀਵਰਸਿਟੀ $700 ਮਿਲੀਅਨ ਦੇ ਕੱਟ ਲਾਏ ਨੇ। ਜਾਣੀ ਕਿ ਤੁਸੀਂ ਜਿੰਨੀ ਮਰਜ਼ੀ ਦੂਰ ਤੱਕ ਚਲ ਜਾਓ, ਲਾਈਫ ਜਿਹੜੀ ਅਫੋਰਡੇਬਿਲਟੀ ਉਹ ਇੰਨੀ ਲੋਕਾਂ ਦੀ ਔਖੀ ਹੋਈ ਜਾਂਦੀ ਹੈ, ਤੇ ਨਾਲ ਦੀ ਨਾਲ ਜਿਹੜੀਆਂ ਸਰਵਿਸਿਜ਼ ਆ ਉਹਨਾਂ ਕੋਲ ਖੋਈ ਜਾਂਦੇ ਨੇ। ਇਹਦੇ ਵਿੱਚ ਇੱਕ ਨਵੀਂ ਰਿਪੋਰਟ ਵੀ ਅੱਜ ਆਈ ਹੈ ਕਿ ਜਿਹੜੇ ਆਉਣ ਵਾਲਾ ਸਾਲ ਹੈ ਨਾ, ਫੂਡ ਪ੍ਰਾਈਸਿਸ ਨੂੰ ਲੈ ਕੇ ਬਹੁਤ ਜ਼ਿਆਦਾ ਉਹ ਇਨਫਲੇਸ਼ਨ ਚੈਲੰਜ ਵਾਲਾ ਹੋ ਸਕਦਾ, ਕੇਸ ਰੂਪ 'ਚ ਵੱਧ ਰਿਹਾ। ਤੇ ਮੈਂ ਦੱਸਦਾ ਵੀ ਆਫ ਟਾਪਿਕ ਥੋੜੀ ਜਿਹੀ ਗੱਲਬਾਤ ਹੈ ਜੀ, ਕਿ ਮੈਂ ਇੱਥੇ ਸਾਡੇ ਹੁਣੇ ਕਨਵੈਨਸ਼ਨ ਹੋ ਕੇ ਹਟੀਆਂ, ਜਿਹੜੀ ਅਰਬਨ ਮਿਊਨਿਸਪੈਲਿਟੀਜ਼, ਪਹਿਲਾਂ ਇਹਦਾ ਨਾਂ AUMA ਸੀਗਾ, ਹੁਣ ਜੀ ਅਰਬਨ ਮਿਊਨਿਸਪੈਲਿਟੀ ਐਸੋਸੀਏਸ਼ਨ ਕਰ ਦਿੱਤਾ। ਉਹਨਾਂ ਦੀ ਸੀ ਇੱਥੇ ਕਨਵੈਨਸ਼ਨ, ਜਿਹਦੇ 'ਚ ਕੈਲਗਰੀ, ਐਡਮਿੰਟਨ ਵੀ ਤੇ ਬਾਕੀ ਜਿਹੜੀਆਂ ਵੱਡੀਆਂ ਮਿਊਨਿਸਪੈਲਿਟੀ ਸੀ ਉਹ ਵੀ ਸੀ। ਉਹਦੇ ਤੋਂ ਬਾਅਦ ਰੂਰਲ ਮਿਊਨਿਸਪੈਲਿਟੀਜ਼ ਦੀ ਹੋਈ, ਜਿਹਦੇ ਵਿੱਚ 300 ਤੋਂ ਉੱਤੇ ਮਿਊਨਿਸਪੈਲਿਟੀਜ਼ ਨੇ ਜਿਹੜੀਆਂ ਅਲਬਰਟਾ 'ਚ। ਉਹਨਾਂ ਨੂੰ ਮਿਲਿਆ ਜਿਹੜੇ ਪਹਿਲਾਂ NDP ਨੂੰ ਲੈਫਟ ਵਿੰਗ ਕਹਿ ਕੇ ਪਹਿਲਾਂ ਹੀ ਕਹਿੰਦੇ ਸੀ ਪਰੇ ਹੋ ਜਾਓ, ਅਸੀਂ ਟਾਈਮ ਹੀ ਨਹੀਂ ਦੇਣਾ। ਉਹਨਾਂ ਲੋਕਾਂ ਦੇ ਕੋਲ ਜਾ ਕੇ ਮਿਲੇ, ਬੈਠ ਕੇ, ਜਿਹੜੇ ਉਹਨਾਂ ਦੇ ਕਾਉਂਸਲਰ ਨੇ, ਜਿਹੜੇ ਉੱਥੇ ਦੇ ਮੇਅਰ ਸੀ, ਰੀਵਸ ਸੀ, ਉਹਨਾਂ ਕਮਿਊਨਿਟੀਜ਼ ਦੇ, ਉਹਨਾਂ ਨਾਲ ਗੱਲਬਾਤ ਕੀਤੀ, ਜਿਹੜੇ ਉਹਦੇ ਇੰਪੈਕਟ ਪਏ ਨੇ ਇਕਨੋਮੀ ਤੇ। ਔਰ ਵੱਡੀ ਗੱਲ ਇਹ ਆ ਵੀ ਬਹੁਤਾ ਜਿਹੜਾ ਕੰਮ ਕਰ ਉੱਥੇ ਆਇਲ ਫੀਲਡ, ਆਇਲ ਸੈਕਟਰ ਤੇ ਨਾਲ ਐਗਰੀਕਲਚਰ ਦਾ, ਜਿਹੜੀ ਤੁਸੀਂ ਫੂਡ ਪ੍ਰਾਈਸਿਸ ਦੀ ਗੱਲ ਕੀਤੀ ਹੈ, ਉਹ ਕਹਿੰਦੇ ਅਸੀਂ ਇੰਨੇ ਵੱਡੇ ਕ੍ਰਾਈਸਿਸ ਦੇ ਵਿੱਚ ਆ ਵੀ ਇੰਨੀ ਸਟੈਗਨੇਸ਼ਨ ਹੈ ਸਾਡੀ, ਹੁਣ ਇੱਧਰ ਤਾਂ ਕੋਈ ਪੋਟੈਂਸ਼ੀਅਲ ਨਹੀਂ ਹੈ ਐਗਰੀਕਲਚਰ ਦੇ ਵਿੱਚ। ਤਾਂ ਜੋ ਕੁਛ ਆਇਲ ਸੈਕਟਰ ਦਾ ਹੋਇਆ ਪਿਆ ਉਹ ਤੁਹਾਨੂੰ ਦਿਖਦਾ ਹੀ ਆ। ਔਰ ਵੱਡੀ ਗੱਲ ਇਹ ਆ ਜਿਹੜੀ ਮੈਂ ਤੁਹਾਨੂੰ ਦੱਸਣੀ ਚਾਹੁੰਦਾ, ਮੈਂ ਕਿਉਂ ਛੇੜੀ ਉਹ ਬੰਦਿਆਂ ਨੇ ਕਿਹਾ ਵੀ ਅਸੀਂ ਜਿਹੜਾ ਇੰਡੀਆ ਦਾ ਫਾਰਮਰ ਐਜੀਟੇਸ਼ਨ ਨੂੰ ਵਾਚ ਕਰ ਰਹੇ ਹਾਂ। ਕੀ ਬਾਤ ਹੈ। ਉਹ ਬਹੁਤ ਰੀਅਲ ਮੁੱਦੇ ਬਾਹਰ ਰਿਹਾ ਕਿ ਅਸੀਂ ਜਿਹੜੇ ਲੋਕ ਸੀਗੇ, ਅਸੀਂ ਜਿਹੜੇ ਐਗਰੀਕਲਚਰ ਕਰਕੇ ਇੱਥੇ ਪ੍ਰੋਡਿਊਸ ਕਰਦੇ ਹਾਂ ਸਾਰਾ ਕੁਝ, ਔਰ ਸਾਡੇ ਬੱਚੇ ਵੀ ਐਗਰੀਕਲਚਰ 'ਚ ਨਹੀਂ ਆ ਰਹੇ। ਇਹਦੇ ਕਾਰਨ ਨੇ ਸਾਡੇ ਹੱਥ 'ਚ ਕੁਛ ਨਹੀਂ ਪੈਂਦਾ, ਸਾਡੀਆਂ ਅਗਲੀਆਂ ਪੀੜ੍ਹੀਆਂ ਤਾਂ ਐਗਰੀਕਲਚਰ 'ਚ ਨਹੀਂ ਆ ਰਹੀਆਂ। ਜਿਹੜਾ ਪ੍ਰੋਸੈਸ ਕਰਨ ਵਾਲਾ, ਜਿਹੜਾ ਮਿਡਲਮੈਨ ਖਰੀਦ ਕੇ ਵੇਚਣ ਵਾਲਾ ਵੀ, ਤੇ ਜਿਹੜਾ ਰਿਟੇਲ 'ਚ ਵੇਚਣ ਵਾਲਾ ਵੀ, ਉਹ ਸਾਰਾ ਕੁਝ ਖਾਈ ਜਾਂਦੇ ਨੇ, ਔਰ ਸਾਡੇ ਹੱਥ ਕੁਝ ਨਹੀਂ। ਇਹ ਬਹੁਤ ਵੱਡੇ ਇਸ਼ੂ ਨੇ। ਇਹੋ ਮੈਂ ਨਹੀਂ ਸਮਝਦਾ ਵੀ ਇਹ ਇਕੱਲੇ UCP ਦੇ ਬੇਸਿਕਲੀ ਸਾਰੇ ਇਹਨੂੰ ਬਲੇਮ ਕੀਤਾ ਜਾ ਸਕਦਾ। ਬਹੁਤ ਇਹਨਾਂ ਨੇ ਵੀ ਇਨਹੈਰਿਟ ਕੀਤੇ ਹੋਣਗੇ, ਇਕੱਲੀ ਪ੍ਰੋਵਿੰਸ਼ੀਅਲ ਜੁਰਿਸਡਿਕਸ਼ਨ ਦੇ ਵੀ ਨਹੀਂ ਹੋਣਗੇ, ਪਰ ਇਹ ਰੀਅਲ ਮੁੱਦੇ ਨੇ। ਇੱਧਰ ਨੂੰ ਵਧਣ ਦੀ ਬਜਾਏ ਜਦੋਂ ਸਰਕਾਰਾਂ ਜਿਹੜੀਆਂ ਇੱਥੇ ਅੱਜ ਕੱਲ੍ਹ ਦੀ ਸਰਕਾਰ ਹੈ, ਇਹਨਾਂ ਨੂੰ ਪਤਾ ਹੁੰਦਾ ਕਿ ਇਹ ਬਿੱਲ 81 ਲੈ ਆਓ, ਬਿੱਲ ਕੋਈ ਹੋਰ ਲੈ ਆਓ, ਡਿਸਟਰੈਕਸ਼ਨ ਕ੍ਰੀਏਟ ਕਰੋ। ਉਸ ਡਿਸਟਰੈਕਸ਼ਨ ਦੇ ਅੰਦਰ ਜਿਹੜੇ ਦੂਜੇ ਹੋਰ 15 ਬਿੱਲ ਲਿਆਂਦੇ ਹੋਏ ਨੇ, ਉਹਨਾਂ ਦੀਆਂ ਇੱਦਾਂ ਦੀਆਂ ਅਮੈਂਡਮੈਂਟਸ ਕਰ ਦਿਓ ਕਿ ਕੱਲ੍ਹ ਨੂੰ ਕੋਈ ਆਵੇ ਵੀ ਤਾਂ ਉਹਨਾਂ ਨੂੰ ਇਹ ਫਿਕਸ ਕਰਨ ਦੇ ਵਿੱਚ 5-10 ਸਾਲ ਲੱਗ ਜਾਣ, ਤੇ ਅਗਲੀ ਵਾਰੀ ਫਿਰ ਉਹ ਜਿਹੜਾ ਕੋਈ ਲੋਕ ਉਹਨਾਂ ਤੋਂ ਨਿਰਾਸ਼ ਹੋ ਕੇ ਉਹਨਾਂ ਨੂੰ ਬਦਲ ਦੇਣਗੇ, ਪਰ ਰੀਅਲ ਮੁੱਦਿਆਂ 'ਤੇ ਨਾ ਜਾਇਆ ਜਾਵੇ। ਦਿਲ ਸਾਹਿਬ, ਤੁਸੀਂ ਗੱਲ ਕੀਤੀ ਕਿਸਾਨੀ ਅੰਦੋਲਨ ਦੀ, ਵੈਸੇ ਤੇ ਆਲਮੋਸਟ ਉਹ ਜਿੱਤ ਹੋ ਚੁੱਕੀ ਹੈ ਕਿਸਾਨਾਂ ਦੀ, ਤੇ ਸਰਕਾਰ ਨੇ ਜਿੰਨੀਆਂ ਵੀ ਮੰਗਾਂ ਸੀ ਆਲਮੋਸਟ ਮੰਨ ਲਈਆਂ ਨੇ, ਜਾਂ ਮੰਨਣ ਦਾ ਉਹਨਾਂ ਨੇ ਵਚਨ ਦੇ ਦਿੱਤਾ। ਤੇ ਇਹ ਗੱਲ ਵਾਕਈ ਬੜੀ ਸ਼ਲਾਘਾਯੋਗ ਹੈ ਕਿ ਅਲਬਰਟਾ ਦੇ ਕਿਸਾਨ ਜਿਹੜੇ ਨੇ ਉਹ ਭਾਰਤ ਦੇ ਜਿਹੜੇ ਕਿਸਾਨੀ ਅੰਦੋਲਨ ਦੇ ਉੱਪਰ ਅੱਖ ਰੱਖਦੇ ਨੇ, ਦੇਖਦੇ ਆ ਵੀ ਕੀ ਉੱਥੇ ਡਿਵੈਲਪਮੈਂਟਸ ਹੋ ਰਹੀਆਂ ਨੇ। ਮੇਰਾ ਇੱਕ ਸਵਾਲ ਇਹ ਆ ਕਿ ਜਦੋਂ ਲੀਡਰਾਂ ਦੀ ਜਿਹੜੀ ਪਪੂਲੈਰਿਟੀ ਦਾ ਗ੍ਰਾਫ ਡਿੱਗਦਾ, ਜਾਂ ਲੋਕਾਂ ਨੂੰ ਲੱਗਦਾ ਵੀ ਇਹਨਾਂ ਨੂੰ ਅਸੀਂ ਚੁਣਿਆ ਸੀਗਾ, ਇਹ ਸਾਡੀਆਂ ਇੱਛਾਵਾਂ ਦੇ ਅਨੁਸਾਰ ਕੰਮ ਨਹੀਂ ਕਰ ਪਾ ਰਹੇ, ਉਹਦੇ ਵਾਸਤੇ ਇੱਕ ਬਿੱਲ ਆਇਆ ਸੀਗਾ ਰਾਈਟ ਟੂ ਰੀਕਾਲ। ਉਹ ਜਿਸ ਕਿੰਨੀ ਸਰਕਾਰ ਨੇ ਇੰਟਰੋਡਿਊਸ ਕੀਤਾ ਸੀਗਾ, ਉਹ ਕਿਹੜੇ ਠੰਡੇ ਬਸਤੇ 'ਚ ਪੈ ਗਿਆ ਹੁਣ? ਰਾਈਟ ਟੂ ਰੀਕਾਲ ਜੀ ਪਾਸ ਹੋ ਗਿਆ ਸੀਗਾ। ਅੱਛਾ ਜੀ। ਹਾਂਜੀ, ਤੇ ਉਹ ਵੀ ਇੱਕ ਕਿਸਮ ਦਾ, ਹੁਣ ਕਿਹੜਾ ਲਫ਼ਜ਼ ਉਹਦੇ ਲਈ ਵਰਤਿਆ ਛਲਾਵਾ, ਤੁਸੀਂ ਸਹੀ ਲਫ਼ਜ਼ ਵਰਤਿਆ ਜੀ। ਉਹ ਇੱਕ ਭਰਮਜਾਲ ਹੈ, ਉਹਦੇ ਵਿੱਚ ਬਹੁਤ ਜ਼ਿਆਦਾ ਫਲਾਅ ਨੇ। ਠੀਕ ਹੈ, ਉਹ ਕਿਉਂਕਿ ਕੈਨੀ ਸਾਹਿਬ ਕੋਵਿਡ ਦੀ ਪਹਿਲੀ ਵੇਵ ਦੇ ਦੌਰਾਨ ਜਾਂ ਦੂਜੀ ਵੇਵ ਦੇ ਦੌਰਾਨ 2020 ਦੇ ਵਿੱਚ ਜਿਸ ਢੰਗ ਦੇ ਨਾਲ ਉਹਨਾਂ ਦੀ ਬਦਨਾਮੀ ਹੋਈ, ਲੋਕਾਂ ਨੂੰ ਇਹ ਕਹਿ ਕੇ ਕਿ ਅੰਦਰ ਵੜੋ, ਸੋਸ਼ਲ ਡਿਸਟੈਂਸਿੰਗ ਕਹਿੰਦੇ ਆ, ਫਿਜ਼ੀਕਲ ਡਿਸਟੈਂਸਿੰਗ ਯੂਜ਼ ਕਰਨ ਦੀ ਬਜਾਏ, ਚਲੋ ਉਹਨਾਂ ਨੇ ਸੋਸ਼ਲ ਹੀ ਕੀਤਾ ਬੇਸਿਕਲੀ, ਲੋਕਾਂ ਨੂੰ ਅੰਦਰ ਵਾੜ ਕੇ ਮੈਂਟਲ ਹੈਲਥ ਨਾਲ ਜੂਝਦੇ ਰਹਿਣ ਲੋਕ। ਤੇ ਨਾਲ ਦੀ ਨਾਲ ਉਹ ਇੱਕ ਡਿਫਰੈਂਟ ਟਿਊਨਿੰਗ ਵੀ ਸੀ, ਮਿਕਸ ਮੈਸੇਜਿੰਗ ਵੀ ਕਰਦੇ ਰਹੇ। ਜਿਹੜੇ ਲੋਕ ਉਹਨਾਂ ਨੂੰ ਲੱਗਦਾ ਸੀ ਕਿ ਮੇਰਾ ਵੋਟ ਬੈਂਕ ਆ, ਇਹਨੂੰ ਨਹੀਂ ਮੰਨੂਗਾ, ਉਹ ਉਹਨੂੰ ਇਹ ਵੀ ਦੇਈ ਜਾਂਦੇ ਸੀ ਹਾਂ ਇੰਨਾ ਖਤਰਨਾਕ ਹੈ, ਨਹੀਂ ਖਤਰਨਾਕ, ਇਹਦੇ ਨਾਲੋਂ ਇਨਫਲੂਐਂਜ਼ਾ ਜ਼ਿਆਦਾ ਖਤਰਨਾਕ ਹੈ। ਇਹ ਸਾਰਾ ਕੁਝ ਕਰਨ ਤੋਂ ਬਾਅਦ ਲੋਕਾਂ ਨੂੰ ਅੰਦਰ, ਜਿਹੜੇ ਅੰਦਰ ਵੜੇ ਹੋਏ ਲੋਕ ਸੀ, ਉਹਨਾਂ ਨੂੰ ਅੰਦਰ ਵਾੜਨ ਤੋਂ ਬਾਅਦ ਆਪ ਉਹਨਾਂ ਦੇ 5 ਜਿਹੜੇ ਪ੍ਰੋਮੀਨੈਂਟ
ਕਾਕਸ ਦੇ ਮੈਂਬਰ ਉਹ ਬਾਹਰ ਘੁੰਮਣ ਚਲੇ ਗਏ ਔਰ ਝੂਠੀਆਂ ਵੀਡੀਓ ਬਣਾ ਕੇ ਪਾਰਟੀਆਂ ਕਰਦੇ ਵੀ ਨਜ਼ਰ ਆਏ। ਝੂਠੀਆਂ ਵੀਡੀਓ ਬਣਾ ਕੇ ਰਿਕਾਰਡ ਕਰਕੇ ਵੀ ਦਸੰਬਰ ਦਾ ਮਹੀਨਾ ਜੀ ਦੇਖੋ ਸਾਡੇ ਪਿੱਛੇ ਕ੍ਰਿਸਮਸ ਟਰੀ ਲੱਗੇ ਹੋਏ ਨੇ, ਸਨੋ ਪਈ ਹੋਈ ਆ, ਅਸੀਂ ਆਪਣੇ ਘਰਾਂ 'ਚ ਬੈਠੇ ਆ, ਤੁਸੀਂ ਵੀ ਆਪਣੇ ਘਰਾਂ 'ਚ ਬੈਠੋ। ਉਹ ਵੀਡੀਓ ਪਾਉਣ ਤੋਂ ਬਾਅਦ ਆਪ ਨਿਕਲ ਗਏ ਇੱਥੋਂ। ਤੇ ਮੇਰਾ ਮਤਲਬ ਉਹ ਇੰਨੀ ਬਦਨਾਮੀ ਹੋਈ ਉਸ ਵੇਲੇ। ਉਹ ਇੱਕ ਅਦਰ ਡਿਸਟਰੈਕਸ਼ਨ ਸੀ ਦੇਖੋ ਜੀ। ਉਹਨਾਂ ਤੇ ਐਕਸ਼ਨ ਲੈਣ ਦੀ ਬਜਾਏ ਆਪਣੇ ਮੈਂਬਰਾਂ ਤੇ ਜਿਹੜਾ ਲੋਕਾਂ ਦਾ ਪ੍ਰੈਸ਼ਰ ਸੀਗਾ ਤੇ ਉਹਨਾਂ ਨੇ ਇੱਕ ਡਿਸਟਰੈਕਸ਼ਨ ਕ੍ਰੀਏਟ ਕਰਤੀ। ਦੇਖੋ ਜੀ ਅਸੀਂ ਤਾਂ ਕਿੰਨੇ ਫੇਅਰ ਹੈਗੇ ਆ, ਅਸੀਂ ਕਿੰਨੇ ਟਰਾਂਸਪੇਰੈਂਟ ਤੇ ਅਕਾਊਂਟੇਬਲ ਹੈਗੇ ਆ। ਅਸੀਂ ਤਾਂ ਕਹਿੰਦੇ ਵੀ ਇਹ ਕੋਈ ਵੀ ਬੰਦਾ ਹੋਵੇ, ਇੱਕ ਪ੍ਰੋਸੈਸ, ਇੱਕ ਕਾਨੂੰਨ, ਇੱਕ ਰਾਹ ਹੀ ਦੇ ਦਿੱਤਾ। ਉਹਦੇ 'ਚ ਇੰਨੇ ਜ਼ਿਆਦਾ ਫਲਾਅ ਆ ਔਰ ਦੁਨੀਆ ਦੀ ਹਿਸਟਰੀ ਨਹੀਂ ਸ਼ਾਇਦ ਇੱਕ MLA ਸੀ BC ਦੇ ਵਿੱਚ ਕਿਤੇ ਉਹ ਰੀਕਾਲ ਹੋਇਆ ਸੀ। ਉਹਦੇ ਵੀ ਬੜੇ ਡਿਫਰੈਂਟ ਰੀਜ਼ਨ ਸੀਗੇ, ਅਦਰਵਾਈਜ਼ ਉਹ ਡਿਸਕਸ ਕੀਤੇ ਜਾ ਸਕਦੇ ਨੇ, ਅਗਲਾ ਅੱਧਾ ਘੰਟਾ ਚਾਹੀਦਾ। ਉਹਦੇ ਤੇ ਬਹੁਤ ਫਲਾਅ ਨੇ, ਉਹਦਾ ਕੋਈ ਉਹ ਸਿਰਫ ਇੱਕ ਦਿਖਾਵਾ ਉਹ ਜਿਹੜਾ ਕਾਨੂੰਨ ਹੈ। ਇੱਕ ਸਵਾਲ ਹੋਰ ਆ ਜਾਂਦਾ ਇਹਦੇ ਉੱਪਰ ਤੁਹਾਡੀ ਟਿੱਪਣੀ ਚਾਹਾਂਗਾ। ਇੱਕ ਜੀ ਰਿਪੋਰਟ ਆਈ ਆ ਕੈਨੇਡੀਅਨ ਇੰਸਟੀਚਿਊਟ ਫਾਰ ਹੈਲਥ ਇਨਫੋਰਮੇਸ਼ਨ। ਵੈਸੇ ਤਾਂ ਸਮੇਂ-ਸਮੇਂ ਤੇ ਰਿਪੋਰਟਾਂ ਆਉਂਦੀਆਂ ਨੇ ਕਿ ਡਿਊ ਟੂ ਕੋਵਿਡ ਹੈਲਥ ਸਿਸਟਮ ਦਾ ਇੰਨਾ ਕੁ ਮਾੜਾ ਹਾਲ ਹੋ ਚੁੱਕਿਆ ਵਾ ਕਿ ਜਿਹੜੀਆਂ ਸਰਜਰੀਜ਼ ਨੇ ਜਾਂ ਤਾਂ ਉਹ ਕੈਂਸਲ ਹੋ ਰਹੀਆਂ ਨੇ, ਡਿਲੇ ਹੋ ਰਹੀਆਂ ਨੇ, ਅੱਗੇ ਪਾਈਆਂ ਜਾ ਰਹੀਆਂ ਨੇ। ਇਸ ਰਿਪੋਰਟ ਦੇ ਅਕੋਰਡਿੰਗਲੀ ਜੀ ਜਦੋਂ ਦਾ ਪੈਂਡੈਮਿਕ ਸ਼ੁਰੂ ਹੋਇਆ ਮਾਰਚ 2020 ਤੋਂ ਲੈ ਕੇ 15 ਮਹੀਨਿਆਂ ਤੱਕ ਹਰ ਮਹੀਨੇ 2800 ਸਰਜਰੀਆਂ ਜਿਹੜੀਆਂ ਨੇ ਉਹ ਪਿੱਛੇ ਪਈਆਂ ਨੇ। 2800 ਹਰ ਮਹੀਨੇ। ਸੋ ਇਟਸ ਅ ਵੈਰੀ ਬਿਗ ਨੰਬਰ। ਤੇ ਅਗਰ ਗੱਲ ਕਰੀਏ ਸਿਰਫ ਅਪ੍ਰੈਲ 2020 ਦੀ ਤੇ ਉਸ ਮਹੀਨੇ ਅਗਰ ਅਪ੍ਰੈਲ 2019 ਦਾ ਕੰਪੇਅਰ ਕਰੀਏ ਤੇ 68% ਸਰਜਰੀਜ਼ ਡਾਊਨ ਹੋਈਆਂ ਨੇ, ਘਟੀਆਂ ਨੇ। ਯਾਨੀ ਕਿ ਜਿਨ੍ਹਾਂ ਲੋਕਾਂ ਨੂੰ ਦੁੱਖ ਤਕਲੀਫ ਸੀ, ਜਿਨ੍ਹਾਂ ਨੂੰ ਇਮੀਡੀਏਟ ਸਰਜਰੀਜ਼ ਦੀ ਲੋੜ ਸੀ, ਪ੍ਰੋਸੀਜਰਸ ਦੀ ਲੋੜ ਸੀ, ਉਹਨਾਂ ਨੂੰ ਉਹ ਨਹੀਂ ਮਿਲ ਸਕੇ। ਗੱਲ ਕਰਦੇ ਆਪਾਂ ਹੁੰਨੇ ਆ ਕਿ ਕੈਨੇਡਾ ਦਾ ਹੈਲਥ ਸਿਸਟਮ ਬਹੁਤ ਅੱਛਾ। ਸੋ ਅਜਿਹੀ ਹਾਲਤ ਦੇ ਵਿੱਚ ਹੈਲਥ ਸਿਸਟਮ ਨੂੰ ਲੈ ਕੇ ਇਹ ਵੱਡੇ ਕੁਐਸਚਨ ਮਾਰਕ ਨੇ ਕਿ ਕਿਵੇਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦਾ ਸਮਾਧਾਨ ਹੁੰਦਾ ਨਜ਼ਰ ਆਉਂਦਾ। ਜਨਰਲੀ ਸਪੀਕਿੰਗ ਜੀ, ਜੇ ਤੁਸੀਂ ਕਿਹਾ ਵੀ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਹੈ। ਕੈਨੇਡਾ ਦਾ ਹੈਲਥ ਸਿਸਟਮ ਕੰਪੈਰੇਟਿਵਲੀ ਈਵਨ ਨੰਬਰ ਆਫ ਡਿਵੈਲਪ ਕੰਟਰੀਜ਼ ਵੀ, ਚਲੋ ਥਰਡ ਵਰਲਡ ਕੰਟਰੀਜ਼ ਨਾਲ ਸ਼ਾਇਦ ਇਹਦਾ ਕੋਈ ਬਹੁਤ ਕੰਪੇਅਰ, ਬਹੁਤ ਪੱਖਾਂ ਤੋਂ ਬਹੁਤ ਚੰਗਾ ਹੈ। ਔਰ ਲੋਕਾਂ ਨੇ ਇਹ ਕਿਤੇ ਐਵੇਂ ਲਾਗੂ ਨਹੀਂ ਹੋਇਆ। ਇਹਦੇ ਪਿੱਛੇ ਬੜੀ ਵੱਡੀ ਹਿਸਟਰੀ ਆ, ਇਹਦੇ ਪਿੱਛੇ ਬੜੀ ਵੱਡੀ ਜੱਦੋ-ਜਹਿਦ ਹੈ, ਬੜੇ ਗਟਸੀ ਕੰਮ ਕੀਤੇ ਨੇ। ਫਿਰ ਕਿਸੇ ਸਟੇਟ ਤੋਂ ਸ਼ੁਰੂ ਹੁੰਦਾ, ਫਿਰ ਇਹ ਕੈਨੇਡਾ ਜਾਂਦਾ, ਲਾਗੂ ਹੁੰਦਾ। ਔਰ ਬੜੇ ਲੋਕ ਜਿਹੜੇ ਇਹਦੇ ਤੋਂ ਬੈਨੀਫਿਟ ਵੀ ਲੈਂਦੇ ਨੇ ਲੋਕਾਂ ਦੇ ਕੰਮਾਂ ਦਾ। ਇਹ ਠੀਕ ਹੈ, ਆਪਣੇ ਆਪ ਦੇ ਵਿੱਚ ਜਿਹੜਾ ਕਿ ਹੈਲਥ ਕੇਅਰ ਦਾ ਸਿਸਟਮ ਹੈ ਉਹ ਕਮਾਲ ਦਾ ਹੈ। ਉਹਦੇ 'ਚ ਬੜੀ ਇੰਪਰੂਵਮੈਂਟਸ ਦੀ ਬੜੇ ਥਾਂ ਤੇ ਲੋੜ ਹੈ। ਮੈਂਟਲ ਹੈਲਥ ਦੇ ਜਿਹੜਾ ਸਪੈਸੀਫਿਕਲੀ ਆ ਉਹ ਬੜਾ ਇਗਨੋਰ ਕੀਤਾ ਗਿਆ, ਬੜਾ ਲੰਬਾ ਸਮਾਂ ਹੋ ਗਿਆ। ਪਰ ਉਹਦੇ ਬਾਵਜੂਦ ਬਹੁਤ ਕੁਝ ਚੰਗਾ ਹੈ, ਇਹਨੂੰ ਹੋਰ ਇੰਪਰੂਵ ਕਰਨ ਦੀ ਲੋੜ ਹੈ। ਪਰ ਮੈਂ ਸਮਝਦਾ ਇਸ ਕਿਸਮ ਦੇ ਵਿੱਚ ਕੋਈ ਹੈਲਥ ਸਿਸਟਮ ਦੇ ਵਿੱਚ ਕੋਈ ਕਮੀਆਂ ਨਹੀਂ ਸੀ। ਇਹ ਸਾਰਾ ਕੁਝ ਜਿਹੜੀ ਪੋਲੀਟੀਕਲ ਇਸ ਵੇਲੇ ਗੈਂਬਟ ਉਹਨੀ ਜਿਹੜੀ ਖੇਡੀ ਆ ਜੇਸਨ ਕੈਨੀ ਉਹਨਾਂ ਨੇ ਜਾਂ ਜਿਹੜੀ UCP ਦੀ ਸਰਕਾਰ ਨੇ, ਉਹਨਾਂ ਨੇ ਇਹਨੂੰ ਕਲੈਪਸ ਕਰਨ ਦੀ ਕੋਸ਼ਿਸ਼ ਕੀਤੀ ਹੈ। ਨਾ ਡਾਕਟਰਾਂ ਦਾ ਕੋਈ, ਨਾ ਉੱਥੇ ਕੰਮ ਕਰਦੇ ਲੋਕਾਂ ਦਾ, ਨਾ ਨਰਸਾਂ ਦਾ। ਦਿਨ ਰਾਤ ਬਿਨਾਂ ਛੁੱਟੀਆਂ ਤੋਂ ਉਹ ਤਾਂ ਵਿਚਾਰੇ ਲੋਕਾਂ ਦੇ ਦੁੱਖ ਦੇ ਵਿੱਚ ਸ਼ਰੀਕ ਹੋ ਕੇ ਉਹਨਾਂ ਨੂੰ ਤਾਂ ਰੋਣ ਲਈ ਵੀ ਜਗ੍ਹਾ ਨਹੀਂ ਮਿਲਦੀ ਸੀ। ਇਹ ਹਾਲਤ ਸੀ ਆਪਣੀ ਉਹਨਾਂ ਦੀ। ਉਹਨਾਂ ਨੇ ਇਹਨਾਂ ਹਾਲਤਾਂ 'ਚ ਕੰਮ ਕੀਤਾ। ਪਰ ਜਿੱਥੇ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਸੀ ਉਹਨੇ ਲਗਾਤਾਰ ਉਹਨਾਂ ਤੇ ਵੀ ਪ੍ਰੈਸ਼ਰ ਬਣਾਇਆ ਔਰ ਲੋਕਾਂ ਤੇ ਵੀ ਜਿਹੜਾ ਉਹ ਇਸ ਤਰ੍ਹਾਂ ਦਾ ਪ੍ਰੈਸ਼ਰ ਪਿਆ ਕਿ ਇੱਦਾਂ ਦੀਆਂ ਸਰਜਰੀਜ਼ ਆ। ਮੈਂ ਕੱਲ੍ਹ ਹੀ ਪੜ੍ਹਦਾ ਸੀ, ਉਹਦੀ ਮੈਨੂੰ ਐਗਜ਼ੈਕਟ ਡਿਟੇਲ ਇਜ਼ ਨਾਟ ਔਨ ਟੌਪ ਆਫ ਮਾਈ ਹੈਡ, ਕਿ ਉਹ ਬੰਦੇ ਦੀ ਹੁਣ ਸਿਚੁਏਸ਼ਨ ਇਹ ਹੈ ਕਿ ਉਹ ਬਚੂਗਾ ਨਹੀਂ। ਟਰਾਂਸਫਿਊਜ਼ਨ ਉਹਦਾ ਹੁੰਦਾ ਸੀ, ਜੇ ਉਹ ਟਾਈਮ ਨਾਲ ਚੱਲਦਾ ਰਹਿੰਦਾ, ਜੇ ਉਹ ਪਿਛਲੇ ਮਹੀਨੇ ਹੋ ਜਾਂਦਾ ਤੇ ਉਹਦੇ ਇੰਪਰੂਵ ਹੋਣ ਦੇ ਚਾਂਸਸ ਸੀ। ਤੇ ਉਹ ਕਹਿੰਦਾ ਵੀ ਹੁਣ ਡਾਕਟਰਾਂ ਨੇ ਮੈਨੂੰ ਇਹ ਕਹਿ ਦਿੱਤਾ ਕਿ ਤੇਰੇ ਬਚਣ ਦੇ ਚਾਂਸਸ ਤਾਂ ਹੁਣ ਨਹੀਂ ਰਹੇ। ਹਾਂ, ਹੁਣ ਦੇਖਾਂਗੇ ਕਿ ਤੂੰ ਕਿੰਨਾ ਚਿਰ ਚੱਲੂਗਾ। ਕੈਂਸਰ ਦੇ ਪੇਸ਼ੈਂਟ, ਯਾਨੀ ਕਿ ਇੰਨੀਆਂ ਯਾਰ ਪੇਨਫੁਲ ਸਟੋਰੀਜ਼ ਆ। ਤੁਸੀਂ ਇਹ ਸੁਣ ਕਿਵੇਂ ਲੈਂਦੇ ਹੋ, ਤੁਸੀਂ ਬਰਦਾਸ਼ਤ ਕਿਵੇਂ ਕਰਦੇ ਹੋ, ਤਾਂ ਫਿਰ ਤੁਸੀਂ ਘਰ ਚਲੇ ਜਾਂਦੇ ਹੋ, ਸੌਂ ਕਿਵੇਂ ਜਾਂਦੇ ਹੋ। ਇਹਨਾਂ ਨੇ ਨਵੰਬਰ ਦੇ ਵਿੱਚ ਇਹ ਅਨਾਊਂਸ ਕੀਤਾ ਸੀ ਕਿ 15,000 ਜਿਹੜੀਆਂ ਸਰਜਰੀਜ਼ ਉਹ ਡਿਲੇ ਹੋਈਆਂ, ਪੋਸਟਪੋਨ ਕਰਨੀਆਂ ਪਈਆਂ। ਔਰ ਪਿਛਲੇ ਜਿਹੜੀ ਮੈਂ ਤੁਹਾਨੂੰ ਗੱਲ ਕਹੀ ਸੀ, ਪਿਛਲੇ 3 ਵੀਕਾਂ 'ਚ ਸਾਡੇ 4 ਕੁਐਸਚਨ ਜਿਹੜੀ ਸਾਡੇ ਲੀਡਰ ਕਰਦੇ ਨੇ। ਪਹਿਲੀ ਗੱਲ ਉਹ ਇੱਕੋ ਗੱਲ ਪੁੱਛੀ ਗਿਆ ਕਿ ਨਵੰਬਰ ਦੇ ਵਿੱਚ ਤੁਸੀਂ ਕਿਹਾ ਸੀ ਇਹ 15,000 ਸਰਜਰੀਆਂ, ਹੁਣ ਦਸੰਬਰ ਹੋ ਗਿਆ, ਹੁਣ ਨਵੰਬਰ ਦਾ ਐਂਡ ਵਾਲਾ ਮਹੀਨਾ, ਹੁਣ ਦਸੰਬਰ ਦੀ ਪਹਿਲੀ ਡੇਟ ਆ। ਹੁਣ ਦੱਸੋ ਕਿੰਨੀਆਂ ਹੋ ਗਈਆਂ ਸਰਜਰੀਆਂ ਔਰ ਕੀ ਪਲਾਨ ਹੈ ਅੱਗੋਂ, ਤੁਹਾਡੇ ਕੋਲ ਫਰਦਰ ਪਲਾਨ ਕੀ ਆ ਇਹਨੂੰ ਡੀਲ ਕਰਨ ਲਈ।
ਉਹ ਬੰਦਿਆਂ ਨੇ ਨਾ ਤਾਂ ਕਿਹਾ ਦੱਸਿਆ ਵੀ ਸਾਡੇ ਕੋਲ ਕੋਈ ਨੰਬਰ ਹੈਗਾ ਨਾ ਕੋਈ ਪਲਾਨ। ਹੁਣ ਇਹ ਇਨਫੋਰਮੇਸ਼ਨ ਜਿਹੜੀ ਇਹ ਵੀ ਬਾਹਰ ਆ ਗਈ ਹੈ ਕਿ 15,000 ਨਹੀਂ, ਇਹ ਤਾਂ 81-82,000 ਹੋ ਚੁੱਕੀ ਹੈ। ਬਿਲਕੁਲ। ਹਾਲਤ ਇਹ ਨੇ, ਸਰਕਾਰ ਤੋਂ ਇਸ ਵੇਲੇ ਕੋਈ ਬਹੁਤੀ ਹਾਲਤ ਨਹੀਂ ਹੈ, ਪਰ ਜਿਹੜਾ ਅਸਲ ਹੱਲ ਉਹ ਲੋਕ ਹੀ ਲੱਭਦੇ ਹੁੰਦੇ ਆ। ਜੀ। ਤਾਂ ਦੇਖੋ ਲੋਕਾਂ ਦੇ ਵਿਆਹ ਤੇ ਅਸੀਂ ਆਪਣਾ ਕ੍ਰੀਏਟਿਵ ਆਪੋਜੀਸ਼ਨ ਦਾ ਰੋਲ ਨਿਭਾਉਣ ਦੀ ਕੋਸ਼ਿਸ਼ ਕਰਦੇ ਹਾਂ, ਤੇ ਨਾਲ ਜਿਹੜੇ ਆ ਲੋਕਾਂ ਦੀ ਪਾਰਟਿਸਿਪੇਸ਼ਨ ਦੇ ਨਾਲ ਮੈਂ ਸਮਝਦਾ ਕਿ ਜ਼ਰੂਰ ਦਬਾਅ ਦੇ ਥੱਲੇ ਬੜੇ ਇਦਾਂ ਦੇ ਮੁੱਦੇ ਸੀ ਜਿੱਥੇ ਉਹਨਾਂ ਨੂੰ ਜਿਹੜਾ ਆ ਪਿਛਲੇ ਪੈਰੀਂ ਤੁਰਨਾ ਪਿਆ ਤੇ ਬੈਕਫੁੱਟ ਤੇ ਆਉਣਾ ਪਿਆ। ਤੇ ਮੈਂ ਸਮਝਦਾ ਹੁਣ ਵੀ ਜੇ ਅਸੀਂ ਲਗਾਤਾਰ ਉਹਨਾਂ ਤੇ ਪ੍ਰੈਸ਼ਰ ਪਾਵਾਂਗੇ ਕੋਈ ਹੱਲ ਕਈਆਂ ਚੀਜ਼ਾਂ ਦੇ ਅਸੀਂ ਸ਼ਾਇਦ ਪ੍ਰੈਸ਼ਰ ਦੇ ਨਾਲ ਉਹ ਲੱਭਣ 'ਚ ਕਾਮਯਾਬ ਵੀ ਹੋ ਸਕਦੇ ਹਾਂ। ਪਰ ਵੱਡੀ ਗੱਲ ਇਹ ਆ ਕਿ ਲੋਕਾਂ ਨੂੰ 2020 ਜਿਹੜਾ 3 ਹੈ ਉਹ ਯਾਦ ਰੱਖਣਾ ਬਹੁਤ ਜ਼ਰੂਰੀ ਆ, ਕਿਉਂਕਿ ਨਹੀਂ ਤਾਂ ਇਹਨਾਂ ਨੇ ਤਹਈਆ ਕਰ ਲਿਆ ਕਿ ਸਿਸਟਮ ਨੂੰ ਤਬਾਹ ਕਰਕੇ ਜਾਣਾ। ਦਿਓ ਸਾਹਿਬ, ਜਿਹੜੀ ਡੈਮੋਕ੍ਰੇਸੀ ਹੁੰਦੀ ਇਹਨਾਂ ਵਿੱਚ ਆਪੋਜੀਸ਼ਨ ਪਾਰਟੀ ਦਾ ਰੋਲ ਬੜਾ ਅਹਿਮ ਹੁੰਦਾ। ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਵੀ ਕਰਨੀ ਹੁੰਦੀ ਹੈ, ਸਰਕਾਰ ਨੂੰ ਜ਼ਿੰਮੇਵਾਰ ਵੀ ਬਣਾਉਣਾ ਹੁੰਦਾ, ਜਵਾਬਦੇਹ ਵੀ ਬਣਾਉਣਾ ਹੁੰਦਾ। ਆਸ ਕਰਦੇ ਹਾਂ ਕਿ ਤੁਸੀਂ ਇਹ ਜਿਹੜਾ ਆਪਣਾ ਰੋਲ ਆ ਇਸ ਨੂੰ ਤਨਦੇਹੀ ਨਾਲ ਨਿਭਾਉਂਦੇ ਰਹੋ। ਧੰਨਵਾਦ ਹੈ ਤੁਹਾਡਾ, ਤੁਸੀਂ ਆਏ ਇਹਨਾਂ ਅਹਿਮ ਮੁੱਦਿਆਂ ਦੇ ਉੱਪਰ ਗੱਲਬਾਤ ਕੀਤੀ। ਫਿਰ ਕਿਸੇ ਦਿਨ ਤੁਹਾਨੂੰ ਦੁਬਾਰਾ ਸੱਦਾ ਦੇਵਾਂਗੇ, ਤਦ ਤੱਕ ਲਈ ਧੰਨਵਾਦ ਜੀ। ਧੰਨਵਾਦ।